कबहूँ बिट है नहीं रे पछतायो। तत विचार जहै मथुरा। जग तारन को अवतार बनायो। जपियो जिन अर्जुन देव। फेर संकट जोन गर्भ न आयो। जपियो जिन अर्जुन देव। फेर संकट जोन गर्भ न आयो। श्री नानक पाद पंकज बंदन पाद पंकज बंदन। सिमरो अंगद दोख निकंदन। अमरदास गुर हृदय त्यागो जी हृदय त्यागो। श्री गुरु रामदास गुण गावो। श्री अर्जन विघ्न केला। शक विघ्न के नाशक। हरि गोविंद शुभ समर्थ प्रकाशक। श्री हरि राय नमो कर जोड़ी। नमो कर जोड़ी। गुरु हरि कृष्ण मनाए गौरी। तेग बहादुर कर्म कृपाला। जीवन कृपाला। गुरु गोविंद सिंह विशाला। तरुतरा पर पुन पुन सीसा जी। पुन पुन सीसा। बंदोबार पार जगदीसा। जिसमें अमृत ज्ञान है नानक भगत बैराग। गुरु ग्रंथ साहिब उदद बंदों करे अनुराग। एक ओंकार सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। सतनाम वाहिगुरु साहिब जी। तिज बाहज की पीर सुपुरी। सुन बज विस्मयता और पूरी। को न उत्तर देन समर्था। सत बात किम कह व्यर्था। वाहिगुरु जी का खालसा। वाहिगुरु जी की फतेह। जुगो जुग अटल
ਚਾਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਵਿੱਚ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਗੌਰੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸਤ ਸੰਗਤ ਵਿੱਚ ਜੁੜ ਕੇ ਬੈਠ ਕੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਹਾਂ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਹਿਣਾ। ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਬੈਠਦੇ ਨੇ ਉਹ ਸੋਹਣੇ ਵੀ ਲੱਗਦੇ ਆ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੇ ਇੱਕ ਕਦਮ ਗੁਰੂ ਵੱਲ ਅਸੀਂ ਪੁੱਟਦੇ ਆ ਤੇ ਗੁਰੂ ਹਜ਼ਾਰਾਂ ਹੀ ਲੈਣ ਵਾਸਤੇ ਸਾਹਮਣੇ ਜਾਂਦਾ ਹੈ। ਸਾਡੇ 'ਚ ਇੰਨੀ ਸਮਰੱਥਾ ਨਹੀਂ, ਸਾਡੇ 'ਚ ਇੰਨੀ ਤਾਕਤ ਨਹੀਂ। ਹੋਰ ਕਲਯੁਗ ਦੇ ਸਮੇਂ ਅੰਦਰ ਇੰਨੀਆਂ ਜ਼ਿੰਮੇਵਾਰੀਆਂ, ਇੰਨੀਆਂ ਭੀੜਾਂ ਦੇ ਵਿੱਚੋਂ ਨਿਕਲ ਕੇ ਸਮਾਂ ਕੱਢ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਜਾਈਏ। ਇਹ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਹੈ, ਉਹਨਾਂ ਦਾ ਬਿਰਧ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਰ ਹੋਈ ਲੇਤ ਹੈ। ਇਹ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਹੈ। ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਸੁਭਾਅ ਦੇ ਅਨੁਸਾਰ ਸਾਨੂੰ ਆਪਣੇ ਕੋਲ ਬੈਠਣ ਦੀ ਜਗ੍ਹਾ ਵੀ ਦਿੰਦੇ। ਫਿਰ ਪਾਤਸ਼ਾਹ ਮਹਾਰਾਜ ਸਾਨੂੰ ਇਸ ਸੰਸਾਰ ਦੇ ਵਿੱਚ ਤੁਰਨ ਦੀ ਜਾਂਚ, ਚੱਲਣ ਦੀ ਜਾਂਚ, ਬੋਲਣ ਦੀ ਜਾਂਚ, ਵਿਚਰਨ ਦੀ ਜਾਂਚ ਵੀ ਸਿਖਾਉਂਦੇ। ਮੈਂ ਕਈ ਵਾਰੀ ਜਦੋਂ ਬਾਣੀ ਪੜ੍ਹਦਾ, ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਰੋਜ਼ਾਨਾ ਹੀ ਸਾਨੂੰ ਸਮਝਾਉਂਦੇ ਹੈ, ਝੋੜ ਕੇ ਰੱਖਦੇ ਹਲਾਉਂਦੇ ਹੈ। ਇਹ ਸਰੀਰਾ ਮੇਰੀਆ ਇਸ ਜਗ में आई है, क्या तुम कर्म कमाया। ਇੱਕ ਸੁੱਤੇ ਨੂੰ ਜਗਾਉਣ ਦਾ ਸਤਿਗੁਰੂ ਉਪਰਾਲਾ ਕਰਦੇ ਕਿ ਕਰਮ ਕਮਾਇਆ ਤੁਮ ਸਰੀਰਾ ਜਾਤ ਜਗ में आया, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ। ਬੜੀ ਸੋਹਣੀ ਇਹ ਸਿੱਖਿਆ ਹੈ। ਆਪਣਾ ਸਟਰਕਚਰ, ਆਪਣੇ ਸਰੀਰ ਦਾ ਢਾਂਚਾ ਵੇਖ, ਜਿੰਨੇ ਸਾਰਾ ਕੁਝ ਬਣਾਇਆ ਇਸ ਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸਿਰਜਿਆ। ਉਸ ਪਰਮਾਤਮਾ ਦਾ ਚੇਤਾ ਇੱਕ ਪਲ ਵੀ ਨਹੀਂ ਆਉਂਦਾ, ਇੰਨੀਆਂ ਜ਼ਿੰਮੇਵਾਰੀਆਂ ਦੇ ਵਿੱਚ ਫਸ ਜਾਂਦੇ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਰੋਜ਼ਾਨਾ ਹੀ ਹਿਲਾਉਂਦੇ ਆ, ਸਾਨੂੰ ਜਗਾਉਂਦੇ ਆ ਕਿ ਤੇ ਸੁੱਤਾ ਹੀ ਨਾ ਰਹਿ ਜਾਵੀਂ, ਇਸ ਦੁਨੀਆ ਦੇ ਅੰਦਰ ਆ ਕੇ ਹੋਰ ਵੀ ਬੜਾ ਕੁਝ ਕਰਨਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਕਿਤੇ ਇਹਨਾਂ ਹੀ ਕੰਮਾਂ ਦੇ ਵਿੱਚ ਆਪਣਾ ਜੀਵਨ ਵਿਅਰਥ ਨਾ ਗਵਾ ਜਾਵੀਂ ਕਿ ਜਿਹੜਾ ਕੰਮ ਕਰਨ ਵਾਸਤੇ ਆਇਆ ਪਰ ਤੈਨੂੰ ਚੇਤਾ ਹੀ ਨਾ ਰਹੇ, ਭੁੱਲਾ ਹੀ ਨਾ ਰਹਿ ਜਾਵੇਂ। ਐਵੇਂ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ। ਜੇ ਆਪਣੇ ਮਕਸਦ, ਆਪਣੇ ਨਿਸ਼ਾਨੇ, ਆਪਣੀ ਮੰਜ਼ਿਲ ਨੂੰ ਨਹੀਂ ਕੋਈ ਭੁੱਲਦਾ, ਉਹ ਅਭੁੱਲ ਗੁਰੂ ਹੈ, ਕਰਤਾਰ ਦਾ ਰੂਪ ਹੈ। ਅਸੀਂ ਸਾਰੇ ਭੁੱਲ ਜਾਂਦੇ ਹਾਂ, ਅਸੀਂ ਸਾਰੇ ਵਿਸਾਰ ਦਿੰਦੇ ਹਾਂ ਜੋ ਸਾਨੂੰ ਇਹ ਦੇਹੀ ਪ੍ਰਾਪਤ ਹੋਈ ਹੈ ਇਹਨਾਂ ਕੰਮਾਂ ਦੇ ਵਿੱਚ, ਕਿਉਂਕਿ ਸਾਡੀ ਮੰਜ਼ਿਲ ਦੂਰ ਵੀ ਹੈ ਤੇ ਇਹ ਵੀ ਕਹਿ ਦਵਾਂ ਬਹੁਤੀ ਦੂਰ ਵੀ ਨਹੀਂ। ਜਿਨ੍ਹਾਂ ਨੇ ਪਾਇਆ ਇਹਨਾਂ ਉਹਨਾਂ ਨੇ ਤੇ ਕਹਿਤਾ ਰੱਬ ਬਹੁਤ ਨੇੜੇ ਹੈ।
जिन्हां ने रब नूं लभ्या उन्हां कहता रब कोई बहुत ही दूर नहीं। ते नाल ही सतगुरु कहंदे जे दुनियावी तौर ते संसार झमेलिਆਂ ਦੇ ਵਿੱਚ फस के ਵੇਖੇਗਾ फिर तूं रब ਦਾ ਪਾਸਾ भी नहीं ਲੱਭਣਾ, दिसना भी नहीं। पर जे तू रब ਵੱਲ ਹੋ करके तुरेगा, सच करके जानी ते तेनू बहुता दूर रब नहीं प्रतीत होगा। दुनिया के कर्म कांड, दुनिया के अंध विश्वास जिन्हां दे विच फस के इस बंदे ने अपने शरीर को बड़ा कष्ट दिता, बड़ा तपाया, बहुत ज्यादा उलझणों दे विच फसिया। जिन्हों सच्चे पातशाह महाराज जी ने अवर अवर ही आख्या, होर होर ही आख्या, चखण का यत्न किया पर आनंद कोई नहीं आया। चखिया सब कुछ है, स्वाद लैण का यत्न किया पर आनंद नहीं किया। पातशाह जी कहते ने सारे कार्य कीते हैं, किते सीधा अकाल पुरख वाहिगुरू नाल जुड़ के ओदी बाणी ओदे नाम दे नाल जुड़े तेनों राशि कुछ वखरा आवेगा, स्वाद ही कुछ वखरा आवेगा। इसे करके ये पावन बाणियां आप सिख सतगुर के प्यारे नूं गावो सच्ची कुछ नहीं क्या मेरे दाते ने करनू, सिर्फ बाणी सुननी पढ़नी ते गाउण वास्ते आखिया। गाविया सुनिया तिनका हथाई पावा, जिन सतगुर की आज्ञा सत सत करमानी। जिन्हें पढ़ ली, जिन्हें पावन बाणी विचार लई, जिन्हें पावन बाणी नूं अपने हिरदे विच जगह दित्ती, सतगुरु दा हुकम मान लिया। पातशाह जी कहते रब दे विच ते उच भेद नहीं रहेगा, फर्क नहीं रहेगा, फिर उहदे विच बाणी दा रूप हो जाएगा। पर गल जिउणी चाहिए, जिउणी अज कोई खुराक खाने ते असीं किसी वाल वेख के कह दिंदे कोई चीज़ खाधी लगदी, वो दस दिंदा भी आ फलानी चीज़ खाधी है, कोई फ्रूट खा लिया जां कोई होर पदार्थ खाधा है, ਉਹਦਾ शरीर दसन लग पवेगा। ते जे कोई नशा खाता होवेगा ते सानूं भी पता लगदा, बट हड्डियां दी मुठ हो जांदी, खून ही सड़दा है, शरीर दस दिंदा। इसे तरह जो बाणी ਉਹਨੂੰ ਅਸੀਂ ਛਕਾਂਗੇ, ਉਹਨੂੰ ਅਸੀਂ ਪੁੱਜਾਂਗੇ, ਉਹਨੂੰ ਅੰਦਰ ਵਸਾਵਾਂਗੇ, ਸੱਚ ਕਰਕੇ ਜਾਣੋ, ਸਾਡਾ ਮਨ ਦੱਸ ਦੇਵੇਗਾ ਵੀ ਅੱਜ ਆਨੰਦ ਆਇਆ, ਅੱਜ ਖੇੜਾ। ਤੇ ਜਦੋਂ ਆਨੰਦ ਮਨ ਨੂੰ ਨਹੀਂ ਆਇਆ, ਸੱਚ ਕਰਕੇ ਜਾਣੋ, ਧੋਖਿਆਂ ਦੇ ਵਿੱਚ, ਧੜਿਆਂ ਦੇ ਵਿੱਚ ਜਾਂ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹਾਂ, ਮਨ ਕਦੀ ਕਿਤੇ ਜਾਂਦਾ, ਕਦੀ ਕਿਤੇ, ਅਜੇ ਟਿਕਾ ਨਹੀਂ ਆਇਆ ਤੇ ਬਾਣੀ ਅਜੇ ਪੁੱਜੀ ਨਹੀਂ, ਅਜੇ ਆਨੰਦ ਨਹੀਂ ਆ ਰਿਹਾ, ਅਜੇ ਖਾਧੀ नहीं, अजे अंदर गई नहीं है। जिधर बाणी अंदर जान लग पई, सच करके जानो, टिका आ जाएगा, अंदर आनंद आ जाएगा, अंदर खेड़ा आ जाएगा, ठंड पै जाएगी। इसे करके ये पावन बाणी के वाक सानू समझाते हैं, सानू हराते हैं। ठंड पाई करतारे, ताप छोड़ गया परवारे। ताप छड्ड गया, साडे अंदर दा दुख सानू छड्ड गया, क्योंकि मेरे सिर ते हुण होर कोई नहीं, अज करतार खलोता, करता पुरख खलोता, जिन्हें दुनिया वसाई आ बनाई है, जिन्हें सृष्टि सिरजी है, ते जिन्हें आ शरीर का ढांचा बनाया है ना, अज मेरे सिर ते इसे करके आनंद आ, इसे करके खिड़ा। साहब जी इसे करके आखदे शरीर नूं समझा के, भाई अजे तू सुता है, जे तू जागदा नहीं, जिहड़ा संसार विच कार्य करन वास्ते आया हो ते उल्ले ही बैठा है, व्यर्थ व्यर्थ दुनिया के अंदर काम कीते हैं, पर उन्हां कामां दे नाल रब की प्राप्ति नहीं हुई। गुरु नानक सच्चे पातशाह महाराज जी ने इस संसार के अंदर आके एक रब की बाणी नाल मनुख नूं जोड़ के बाकी सारे कामां तो विदा कर दिता, बाकी सारे कार्य। धन गुरु नानक पातशाह महाराज जी का पावन इतिहास आपां वाचते पए हां। प्रकाश का आप जी ने विस्तार विचार श्रवण कर लिया। गुरु नानक पातशाह महाराज जी को सुच्चा करने वास्ते, पवित्र करने वास्ते, धर्म दे विच लियाउण वास्ते ब्राह्मण आया घर दे विच जनेऊ लैके। गुरु नानक पातशाह महाराज जी ने कुछ सवाल उत्ते कीते, पर वो निरुत्तर हो गया, उन्हां सवालों का जवाब नहीं पाया। गुरु नानक पातशाह महाराज जी कहते सी कि जे इहदा कोई मुल है तो मैं पवा लवांगा,
ਪਰ ਜੇ ਇਹਦਾ ਕੋਈ ਮੁੱਲ ਨਹੀਂ, ਫਿਰ ਮੇਰੇ ਸਰੀਰ ਤੇ ਪਾਉਣ ਦਾ ਵੀ ਇਹਨੂੰ ਕੋਈ ਲਾਭ ਨਹੀਂ, ਫਿਰ ਨਹੀਂ ਪਾਉਣਾ। ਜੇ ਬਾਹਰੀ ਤੌਰ ਤੇ ਕੇਵਲ ਖਾਵਾ ਹੈ ਨਾ, ਫਿਰ ਉਹਦਾ ਫਾਇਦਾ ਕੋਈ ਨਹੀਂ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੀ ਕਾ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਈ, ਧਨ ਸੁਮਾਨ ਸਨਾਨ ਕਾ ਜੋ ਗੱਲ ਚੱਲੈ ਪਲ। ਇਹਨਾਂ ਗੁਣਾਂ ਵਾਲਾ ਜਨੇਊ ਧਾਰਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਜਿਹੜਾ ਸਾਹਮਣੇ ਬ੍ਰਾਹਮਣ ਬੈਠਾ ਹੈ, ਪੰਡਤ ਬੈਠਾ ਸੀ, ਉਹਨੂੰ ਆਖਿਆ ਦਇਆ ਦਾ ਹੋਵੇ, ਧਰਮ ਦਾ ਹੋਵੇ, ਸਹਿਨਸ਼ੀਲਤਾ ਹੋਵੇ, ਜਤ ਸਤ ਹੋਣੀ ਚਾਹੀਦੀ ਹੈ। ਜੇ ਸਾਰਾ ਕੁਝ ਤੇਰੇ ਕੋਲ ਹੈ ਤੇ ਮੈਂ ਆਪ ਖੁਦ ਜਨੇਊ ਉਹਨਾਂ ਨੂੰ ਪਹਿਨਣ ਵਾਸਤੇ ਤਿਆਰ ਹਾਂ। ਪਰ ਉਹ ਪੰਡਤ ਨੇ ਪਹਿਲੀ ਵਾਰੀ ਇਹ ਗੱਲ ਸੁਣੀ ਸੀ ਕਿਸੇ ਦੇ ਪਾਸ। ਐਸਾ ਵੀ ਕੋਈ ਜਨੇਊ ਹੋ ਸਕਦਾ ਹੈ? ਮੈਂ ਤੇ ਅੱਜ ਤੱਕ ਕਪਾਹ ਦਾ ਹੀ ਪਾਇਆ ਸਾਰਿਆਂ ਨੂੰ, ਅੱਜ ਤੱਕ ਤੇ ਇਹੀ ਵਟ ਕੇ ਸਾਰਿਆਂ ਨੂੰ ਪਾਉਂਦਾ ਰਿਹਾ, ਪਰ ਅਜੇ ਤੱਕ ਨਾ ਕਿਸੇ ਨੂੰ ਦਇਆ ਦਾ ਦਿੱਤਾ ਹੈ, ਨਾ ਜਾਤ ਦਾ ਦਿੱਤਾ ਹੈ, ਨਾ ਸਾਧ ਦਾ ਦਿੱਤਾ ਹੈ, ਨਾ ਧਰਮ ਦਾ ਦਿੱਤਾ ਹੈ, ਨਾ ਕੋਈ ਨਿਮਰਤਾ ਦਾ ਜਨੇਊ ਅੱਜ ਤੱਕ ਨਹੀਂ, ਨਾ ਕਿਸੇ ਨੇ ਮੰਗਿਆ ਹੀ ਹੈ ਮੇਰੇ ਕੋਲ। ਇਹ ਬ੍ਰਾਹਮਣ ਕਹਿੰਦਾ ਅੱਜ ਤੱਕ ਨਹੀਂ ਮੰਗਿਆ ਕਿਸੇ ਨੇ। ਤੇ ਏਡੀ ਵੱਡੀ ਵਿਚਾਰਧਾਰਾ ਵੀ ਅੱਜ ਤੱਕ ਨਹੀਂ ਸੀ ਕਿਸੇ ਦੀ। ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਵਿਚਾਰਧਾਰਾ ਲੈ ਕੇ ਆਏ, ਅੱਜ ਤੱਕ ਵਿਚਾਰਧਾਰਾ ਨਹੀਂ ਸੀ। ਉਲਝੇ ਸੀ ਲੋਕ ਇਹਨਾਂ ਰਸਤਿਆਂ ਦੇ, ਇਹਨਾਂ ਰਸਤਿਆਂ ਦੇ ਵਿੱਚ ਭਟਕੇ ਹੋਏ ਸਨ ਉਹ ਲੋਕ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਨਿਰੁੱਤਰ ਹੋ ਗਿਆ ਤੇ ਮੇਰੇ ਦਾਤੇ ਨੂੰ ਜਦੋਂ ਫੇਰ ਦੁਬਾਰਾ ਆਖਦੇ ਭਾਈ ਜਨੇਊ ਕਹਿਣ ਲੱਗ ਗਿਆ ਕਿ ਤੇਰੇ ਪਰਿਵਾਰ ਨੇ ਖਰਚਾ ਬੜਾ ਕੀਤਾ। ਇਸੇ ਤਰ੍ਹਾਂ ਹੁੰਦਾ ਨਾ ਕਿ ਪਰਿਵਾਰ ਜਦੋਂ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਸੱਦਦਾ ਹੈ ਨਾ, ਕੋਈ ਬੱਚੇ ਦਾ ਸਮਾਗਮ, ਕੋਈ ਪ੍ਰੋਗਰਾਮ ਕਰਨਾ ਹੈ, ਬੜਾ ਖਰਚਾ ਕੀਤਾ ਜਾਂਦਾ। ਇਸੇ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਝਾਉਂਦੇ ਆ ਕਿ ਬਾਬੇ ਕਾਲੂ ਨੇ ਬੜਾ ਖਰਚਾ ਕੀਤਾ ਆ ਜਨੇਊ ਪਹਿਨਾਉਣ ਵਾਸਤੇ। ਆ ਦੇਖ ਸਾਰਾ ਖਰਚਾ ਤੁਹਾਡੇ ਵਾਸਤੇ ਹੀ ਹੈ, ਇਹਨੂੰ ਪਹਿਨਾ ਲਓ, ਤੁਸੀਂ ਧਰਮ ਦੇ ਵਿੱਚ ਆ ਜਾਓ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਨਕਾਰ ਕੀਤਾ। ਇੱਥੇ ਪਾਵਨ ਬਾਣੀ ਦੇ ਵਚਨ ਆਖੇ ਚੌਕੜ ਮੁੱਲ ਅਨਾਇਆ ਬੈ ਚੌਕੇ ਪਾਇਆ, ਸਿੱਖਾ ਕਰਨ ਚੜਾਇਆ ਗੁਰੂ ਬ੍ਰਹਮਣ ਥਿਆ। ਉਹ ਮੋਆ ਉਹ ਝੜ ਪਿਆ ਵੇ ਤੱਕਾ ਗਏ। ਉਹਨਾਂ ਲੋਕਾਂ ਨੂੰ ਇਕੱਠਿਆ ਕੀਤਾ ਤੇ ਸਮਝਾਉਂਦੇ ਆ। ਪਾਤਸ਼ਾਹ ਜੀ ਆਖਦੇ ਨੇ 4 ਕੌਡੀਆਂ ਦਾ ਧਾਗਾ ਖਰੀਦ ਕੇ ਤੇ ਆ ਮੇਰੇ ਗਲ 'ਚ ਪਾਉਣਾ ਚਾਹੁੰਦੇ ਹੋ। 4 ਕੌਡੀਆਂ ਦਾ ਧਾਗਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਜਦੋਂ ਬੱਚੇ ਦੇ ਇਹ ਗਲ 'ਚ ਪਾਉਂਦੇ ਆ ਨਾ, ਨਾਲ ਉਹਦੇ ਕੰਨ ਵਿੱਚ ਕਹਿੰਦੇ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੈ, ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ। ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣ ਥਿਆ। ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ, ਅੱਜ ਤੋਂ ਹੋਰ ਕੋਈ ਤੇਰਾ ਗੁਰੂ ਨਹੀਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖੋ ਕਿੱਡੀ ਵੱਡੀ ਰੀਤ ਦੇ ਨਾਲ ਇੱਕ ਮੱਥਾ ਲਾਇਆ, ਕਿੱਡੇ ਵੱਡੇ ਉਹਨਾਂ ਦਾ ਸੰਕਲਪ ਸੀ। ਉਹਦੇ ਨਾਲ ਮੱਥਾ ਲਾ ਕੇ ਸਾਨੂੰ ਸਹੀ ਰਸਤਾ ਦਿੱਤਾ ਕਿ ਸਾਡਾ ਰਸਤਾ ਨਿਸ਼ਾਨਾ ਜਿਹੜਾ ਉਹ ਸਹੀ ਹੋ ਜਾਵੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਨਹੀਂ, ਮੇਰਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ, ਮੇਰਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ। ਕਬੀਰ ਬਾਹਮਣ ਗੁਰੂ ਹੈ ਜਗਤ ਦਾ, ਭਗਤਨ ਕਾ ਗੁਰ ਨਾਨਕ। ਬਾਬੇ ਕਬੀਰ ਸਾਹਿਬ ਜੀ ਨੇ ਪਹਿਲਾਂ ਕਹਿ ਦਿੱਤਾ ਇਹ ਦੁਨੀਆ ਦੇ ਲੋਕਾਂ ਦਾ ਗੁਰੂ ਤੇ ਹੋ ਸਕਦਾ ਹੈ, ਪਰ ਰੱਬ ਦੇ ਪਿਆਰੇ ਜਿਹੜੇ ਭਗਤ ਹੈ ਉਹਨਾਂ ਦਾ ਗੁਰੂ ਤੇ ਬ੍ਰਾਹਮਣ ਨਹੀਂ ਹੋ ਸਕਦਾ। ਅਰਜ ਉਰਜ ਕੈ ਪਚ ਬੂਆ ਚਾਰੋਂ ਵੇਦੋ ਮਨਾ ਮਾਹੀ। ਭਗਤ ਸਾਹਿਬ ਜੀ ਕਹਿਣ ਲੱਗੇ ਤੇ ਇਧਰ ਉਧਰ ਦੇ ਝਵੇਲਿਆਂ ਦੇ ਵਿੱਚ ਫਸ ਕੇ ਰਹਿ ਕੇ ਇਹਨੇ ਸੱਚ ਦੀ ਗੱਲ ਤੇ ਦੱਸੀ ਕੋਈ, ਸੱਚ ਦੀ ਗੱਲ ਨਹੀਂ। ਸਿੱਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਦੋਂ ਗੱਲ ਆਈ ਤੇ ਸਾਨੂੰ ਸਿੱਧਾ ਹੀ ਕਹਿ ਦਿੱਤਾ ਤੁਹਾਡਾ ਗੁਰੂ ਕੋਈ ਬ੍ਰਾਹਮਣ ਨਹੀਂ, ਤੁਹਾਡਾ ਗੁਰੂ ਸ਼ਬਦ ਹੈ, ਗਿਆਨ ਤੁਹਾਡਾ ਗੁਰੂ ਹੈ, ਕਿਸੇ ਦਾ ਗੁਰੂ ਨਹੀਂ। ਬ੍ਰਾਹਮਣ ਉਹਨਾਂ ਦਾ ਗੁਰੂ ਜਿਹੜੇ ਮਨ ਦੇ ਹੋ ਸਕਦਾ ਹੈ, ਪਰ ਮੇਰਾ ਔਰ ਮੇਰੇ ਸਿੱਖਾਂ ਦਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ। ਉਹ ਮੁਆ ਉਹ ਝੜ ਪਿਆ ਵੇ ਤੱਕਾ ਗਿਆ। ਮੇਰੇ ਦਾਤੇ ਨੇ ਇਹ ਪਾਵਨ ਬਾਣੀ ਦੇ ਬਚਨ ਇਹਨਾਂ ਨੂੰ ਸਮਝਾਏ ਜਿਹੜੇ ਲੋਕ ਇਕੱਠੇ ਸਨ। ਆਂਦੇ ਵੀ ਉਹ ਮਰ ਜਾਂਦਾ ਹੈ ਜਿਹਨੇ ਪਹਿਨਿਆ ਹੋਇਆ, ਜਿਹਨੇ ਜਨੇਊ ਪਾਇਆ ਨਾ ਉਹ ਮਰ ਗਿਆ, ਔਰ ਉਹ ਤੋਂ ਬਾਅਦ ਉਹ ਜਨੇਊ ਵੀ ਸੜ ਜਾਂਦਾ, ਇੱਥੇ ਰਹਿ ਜਾਂਦਾ, ਉਹਦੇ ਗਾਹ ਗਿਆ ਹੀ। ਸੱਚ ਕਰਕੇ ਜਾਣੇ ਕਿੰਨੀ ਵੱਡੀ ਗੱਲ ਹੈ। ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਬੰਦੇ ਤੇ ਗੁਣ, ਬੰਦੇ ਤੇ ਮਿੱਤਰ।
ਜੇ ਕਰਮ ਤੇਰੇ ਚੰਗੇ ਨਹੀਂ, ਜੇ ਤੇਰੇ ਅੰਦਰ ਗੁਣ ਨਹੀਂ, ਸੱਚ ਕਰਕੇ ਜਾਣੀ। ਨਿਸ਼ਾਨੀਆਂ ਲੱਖਾਂ ਧਾਰਨ ਕਰ ਲਈ, ਉਹਨਾਂ ਨੇ ਕੁਝ ਨਹੀਂ ਸਵਾਰਨਾ। ਨਿਸ਼ਾਨੀਆਂ ਕਿਸੇ ਵੀ ਧਰਮ ਦੀਆਂ ਹੋਣ, ਕੁਝ ਨਹੀਂ ਜੇ ਸਵਾਰਨਾ। ਜੇ ਸਾਡੇ ਕੋਲ ਉਹਨਾਂ ਪ੍ਰਤੀ ਗੁਣ ਨਹੀਂ ਆ ਸਕੇ, ਸਾਡੇ ਅੰਦਰ ਜੇ ਕਰਮ ਚੰਗੇ ਨਹੀਂ ਹੋ ਸਕੇ, ਅਸੀਂ ਉਹਨਾਂ ਪ੍ਰਤੀ ਵਫਾਦਾਰ ਨਹੀਂ ਹੋ ਸਕੇ। ਸੱਚ ਕਰਕੇ ਜਾਣ, ਜ਼ਿੰਮੇਵਾਰੀਆਂ ਦੇ ਨਾਲ ਮੇਰੇ ਦਾਤੇ ਨੇ ਸਾਨੂੰ ਜੋੜਿਆ ਸੀ। ਅਸੀਂ ਜੇ ਵਫਾਦਾਰ ਹੋ ਕੇ ਜ਼ਿੰਮੇਵਾਰੀਆਂ ਨਹੀਂ ਨਾ ਨਿਭਾਈਆਂ, ਫਿਰ ਨਿਸ਼ਾਨੀਆਂ ਰਹਿ ਜਾਣਗੀਆਂ, ਫਿਰ ਅਸਲ 'ਚ ਧਰਮੀ ਤੇ ਹੋਈ ਇੱਥੇ ਸੜ ਜਾਵੇਗਾ ਸਾਰੇ। ਸਾਹਿਬ ਜੀ ਕਹਿਣ ਲੱਗੇ, ਬੰਦੇ ਦੇ ਨਾਲ ਬੰਦੇ ਦੇ ਚੰਗੇ ਕਰਮ, ਬੰਦੇ ਦੇ ਨਾਲ ਬੰਦੇ ਦੇ ਗੁਣ ਜਾਣਗੇ, ਉਹਨਾਂ ਗੁਣਾਂ ਨੂੰ ਵਧਾਉਣਾ ਚਾਹੀਦਾ। ਜਦੋਂ ਆਹ ਗੱਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਲਾਗੇ ਜਿਹੜੇ ਲੋਕ ਇਕੱਠੇ ਸੁਣੀਆਂ, ਸਾਰੇ ਹੈਰਾਨ ਹੋ ਗਏ। ਇਹ ਛੋਟਾ ਜਿਹਾ ਬਾਲਕ, ਉਮਰ ਕੁਝ ਵੀ ਨਹੀਂ, ਪਰ ਕਿੰਨੀਆਂ ਵੱਡੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਅੱਜ ਤੱਕ ਨਹੀਂ ਸੀ ਸੁਣੀ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖੱਤਰੀ ਬ੍ਰਾਹਮਣ ਸਾਰੇ ਉੱਥੇ ਬੈਠੇ ਆ, ਔਰ ਬੜੀ ਵੱਡੀ ਭੀੜ ਲੱਗੀ ਹੋਈ ਹੈ। ਅਚਰਜ ਲੋਕ ਹੈਰਾਨੀ ਦੇ ਵਿੱਚ ਹੈ। ਆਓ ਅੱਗੇ, ਜਿਵੇਂ ਭਾਈ ਸਾਹਿਬ ਜੀ ਨੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਲਿਖਿਆ, ਆਓ ਇਹਨੂੰ ਵਾਚਨ ਦਾ ਯਤਨ ਕਰੀਏ। ਸਾਰੀਆਂ ਸੰਗਤਾਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਜ ਬਾਜ ਕੀ ਭੀਰ ਜੋ ਪੂਰੀ, ਸੁਨ ਬਚ ਬਿਸਮੈਤਾ ਔਰ ਪੂਰੀ। ਉੱਥੇ ਖੱਤਰੀਆਂ ਬ੍ਰਾਹਮਣਾਂ ਦੀ ਔਰ ਪੰਡਤ ਲੋਕਾਂ ਦੀ ਬੜੀ ਵੱਡੀ ਭੀੜ ਲੱਗੀ ਹੋਈ ਹੈ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਅਚਰਜ ਕਰ ਦੇਣ ਵਾਲੀਆਂ ਗੱਲਾਂ ਸੁਣ ਕੇ ਇਹ ਸਾਰੇ ਲੋਕ ਬੜੇ ਹੈਰਾਨ ਹੋਏ। ਬਹੁ ਨ ਉਤਰ ਦੇਨ ਸਮਰਥਾ, ਸਤ ਬਾਤ ਕਿਮ ਕਹੈ ਬਿਅਰਥਾ। ਏਡੇ ਗਿਆਨੀ ਲੋਕ ਹੈ, ਪਰ ਕਿਸੇ ਦੇ ਪਾਸ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਵਾਲਾਂ ਦਾ ਜਵਾਬ ਨਹੀਂ, ਕਿਸੇ ਦੇ ਪਾਸ ਵੀ ਉੱਤਰ ਦੇਣ ਦੀ ਸਮਰੱਥਾ ਨਹੀਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਕੇਵਲ ਵਿਅਰਥ ਹੋ ਕੇ ਬੈਠ ਗਏ। ਹੁਣ ਤੇ ਕਾਰਜ ਕਾਲੂ ਗਿਆਤੀ, ਸੋ ਬੋਲੇ ਨਿਜ ਬਾਤ ਸੁਹਤੀ। ਬਾਬਾ ਕਾਲੂ ਜੀ ਦੇ ਸੰਬੰਧੀ ਜਿਹੜੇ ਉੱਥੇ ਬਾਬਾ ਕਾਲੂ ਜੀ ਨੇ ਸੱਦੇ, ਉਹ ਸਾਰੇ ਬੈਠੇ ਹੈ। ਫਿਰ ਉਹਨਾਂ ਨੇ ਆਪਣੇ ਮਨ ਦੀ ਗੱਲ ਆਖੀ ਹੈ। ਸੁਣੀਏ ਸ਼੍ਰੀ ਨਾਨਕ ਪਰਕੀਨਾ, ਤੋਰ ਅਤਰਕ ਗਿਰਾ ਰਸ ਪੀਨਾ। ਸਭਨਾਂ ਨੇ ਆਖਿਆ, ਕਹਿਣ ਲੱਗੇ, ਨਾਨਕ ਜੀ ਤੁਹਾਡੀ ਆਵਾਜ਼ ਬੜੀ ਮਿੱਠੀ ਹੈ। ਭਾਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਲਿਹਾਰ ਹੀ ਜਾਂਦੇ ਆ ਸਾਰੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਉੱਪਰੋਂ ਕੁਰਬਾਨ ਹੀ ਜਾਂਦੇ, ਏਡੇ ਏਡੇ ਵੱਡੇ ਲੋਕ ਬੈਠੇ। ਔਰ ਮੇਰੇ ਦਾਦੇ ਨੂੰ ਕਹਿੰਦੇ, ਨਾਨਕ ਜੀ ਆਪ ਜੀ ਦੀ ਆਵਾਜ਼ ਦੇ ਅੰਦਰ ਬੜੀ ਮਿਠਾਸ ਹੈ। ਤਤ ਪੁਜ ਤੁਮ ਪਿਤ ਖਰਚੇ ਉਦਰਬਾ, ਜਗ ਜੁਪ ਵੇਤ ਹੇਤ ਲਖ ਸਰਬਾ। ਤੁਹਾਡੇ ਪਿਤਾ ਜੀ ਨੇ ਇਹ ਸਾਰਾ ਧਨ ਖਰਚ ਕੀਤਾ ਹੈ, ਉਹਨਾਂ ਦਾ ਖਰਚਾ ਬੜਾ ਆਇਆ ਹੈ। ਕੇਵਲ ਇੱਕ ਜਨੇਊ ਦੀ ਰਸਮ ਵਾਸਤੇ ਇਹ ਸਾਰਾ ਸਮਾਗਮ, ਇਸ ਸਾਰਾ ਪ੍ਰੋਗਰਾਮ ਉਲੀਕਿਆ ਹੈ। ਪੈਰੋਂ ਤਬ ਹੋਏ ਅਕਜ, ਜੋ ਤੁਮਰੇ ਪਿਤ ਕੀ ਨ ਸਮਾਜੂ। ਇਹ ਸਾਰਾ ਜਿੰਨਾ ਵੀ ਖਰਚਾ ਕੀਤਾ ਹੈ, ਇਹ ਸਭ ਵਿਅਰਥ ਚਲੇ ਜਾਵੇਗਾ। ਤੇ ਤੁਹਾਡੇ ਪਿਤਾ ਬਾਬਾ ਕਲਿਆਣ ਦਾਸ, ਇਹਨਾਂ ਨੇ ਸਮਾਜਿਕ ਰੀਤ ਵਾਸਤੇ ਇਹ ਸਭ ਕੁਝ ਉਲੀਕਿਆ ਹੈ। ਨਿਜ ਬਾਜ ਸਭ ਤੁਮ ਕਰ ਆਵਾ, ਪਹਿਰੋ ਜੰਜੂ ਜਗਤ ਸੁਆਵਾ। ਤੁਹਾਡੇ ਘਰ ਦੇ ਅੰਦਰ ਵੱਡੇ ਵੱਡੇ ਬ੍ਰਾਹਮਣ ਆਏ ਹੈ, ਔਰ ਖੱਤਰੀ ਲੋਕ ਤੁਹਾਡੇ ਘਰ ਦੇ ਵਿੱਚ ਪਹੁੰਚੇ ਹੈ, ਤੇ ਤੁਸੀਂ ਜਗਤ ਦੇ ਵਿੱਚ ਸ਼ੋਭਾ ਪਾ ਲਓਗੇ। ਤੁਹਾਡੀ ਵਡਿਆਈ, ਤੁਹਾਡਾ ਮਾਣ ਬਣੇਗਾ, ਪਰ ਤੁਸੀਂ ਜਨੇਊ ਦੀ ਰਸਮ ਪੂਰੀ ਕਰ ਲਓ। ਜੋ ਨਿਜ ਕੁਲ ਕੀ ਚਲੇ ਨਾ ਚਾਲੈ, ਜਾਤ ਪਾਤ ਤੈ ਕਰੈ ਨਿਰਾਲੇ। ਨਾਲ ਹੀ ਉਹਨਾਂ ਲੋਕਾਂ ਨੇ ਇਹ ਗੱਲ ਮੰਨ ਲਈ, ਆਂਦੇ ਜਿਹੜੇ ਵਿਅਕਤੀ ਆਪਣੀ ਨਿੱਜ ਕੁਲ ਦੀ ਰੀਤ ਨਹੀਂ ਨਾ ਮੰਨਦੇ, ਨਿੱਜ ਕੁਲ ਭਾਵ ਜਿਹਦੇ ਵਿੱਚ ਪੈਦਾ ਹੁੰਦਾ। ਸਤਿ ਮੈਂ ਬੇਨਤੀ ਕਰਦੇ ਮਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਕੁੱਲਾਂ, ਉਹਨਾਂ ਦੀਆਂ ਜਾਤਾਂ ਪਾਤਾਂ ਬਹੁਤ ਸਨ, ਬੜੀਆਂ ਲੋਕਾਂ ਦੀਆਂ। ਪਰ ਜਿੱਦਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਇਸ ਦੁਨੀਆ ਦੇ ਅੰਦਰ ਆਏ ਹੈ, ਆਪਣੇ ਪ੍ਰਕਾਸ਼ ਦੇ ਥੱਲੇ ਇਹ ਸਾਰੇ ਹਨੇਰੇ ਨੂੰ ਲੱਗ ਗਏ। ਹਨੇਰਾ
ਜਾਤਾਂ ਪਾਤਾਂ, ਇਹ ਕੋਹੜ ਹੈ ਦੁਨੀਆ ਦੇ ਲੋਕਾਂ ਨੂੰ ਚੰਬੜਿਆ ਹੋਇਆ। ਊਚ ਨੀਚ, ਅਮੀਰ ਗਰੀਬ, ਇੰਨੇ ਵਿਤਕਰੇ ਬੜੇ ਜਾਂਦੇ। ਇੱਥੇ ਆਪ ਹੀ ਇਹਨਾਂ ਲੋਕਾਂ ਨੇ ਕਿਹਾ ਜਿਹੜੇ ਆਪਣੇ ਨਿੱਜ ਕੁਲ ਦੀ ਰੀਤ ਨਹੀਂ ਨਾ ਮੰਨਦੇ, ਉਹ ਜਾਤ ਪਾਤ ਇਹੋ ਜਿਹੇ ਧਰਮਾਂ ਤੋਂ, ਜਿਹੜੇ ਇਹੋ ਜਿਹੇ ਕੋਟ ਕਰਮ ਹੈ, ਇਹਨਾਂ ਤੋਂ ਨਰਾਲੇ ਰਹਿੰਦੇ ਹਨ। ਚੌਪਈ ਨਰ ਸੰਪੂਰਨ ਅਰ ਪਰਵਾਰੂ ਅਰਖੈ ਉਰ ਕਰ ਕਹ ਗੁਰਮਤਾਰੂ। ਜਿੰਨੇ ਵੀ ਤੁਹਾਡੇ ਸਾਖ ਸੰਬੰਧੀ ਇੱਥੇ ਪਹੁੰਚੇ ਹੈ, ਲੋਕ ਆਏ ਹੈ, ਜਦੋਂ ਤੁਸੀਂ ਇੱਥੇ ਗੱਲ ਦੇ ਵਿੱਚ ਜਨੇਊ ਪਾ ਲਓਗੇ, ਕਹਿੰਦੇ ਕਿ ਸੱਚ ਕਰਕੇ ਜਾਣੇ, ਉਹਨਾਂ ਲੋਕਾਂ ਨੂੰ ਬੜੀ ਖੁਸ਼ੀ ਹੋਵੇਗੀ, ਬੜੀ ਉਹਨਾਂ ਲੋਕਾਂ ਨੂੰ ਖੁਸ਼ੀ ਹੋਵੇਗੀ। ਸਤ ਸੰਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਭਰਮਾਉਣਾ ਚਾਹੁੰਦੇ ਨਹੀਂ, ਉਹ ਸਮਝ ਸਕੇ ਗੁਰੂ ਨਾਨਕ ਸਾਹਿਬ ਤੇ ਦੁਨੀਆ ਦੇ ਲੋਕਾਂ ਨੂੰ ਸੇਧ ਦੇਣ ਵਾਸਤੇ ਆਏ। ਉਹ ਤੇ ਜਗਤ ਗੁਰੂ ਹੈ, ਸਾਰੀ ਦੁਨੀਆ ਦਾ ਮਾਲਿਕ ਹੈ। ਜਿਹਨੂੰ ਤੁਸੀਂ ਸਮਝਾਉਂਦੇ ਹੋ, ਉਹਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣਾ ਸਾਰਾ ਹੀ ਜੀਵਨ ਜਿਹੜਾ ਉਹ ਧਰਮ ਦੇ ਕਾਰਜਾਂ ਤੇ ਲਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਉਹ ਲੋਕ ਕਿ ਜੇ ਤੁਸੀਂ ਇਹ ਗੱਲ ਦੇ ਵਿੱਚ ਜਨੇਊ ਪਾ ਲਓਗੇ, ਜਿੰਨੇ ਪਰਿਵਾਰ ਦੇ ਸਦੱਸੇ ਆਏ ਹੈ, ਵੱਡੇ ਵੱਡੇ ਧਰਮੀ ਲੋਕ ਪਹੁੰਚੇ ਹੈ, ਇਹ ਬੜੇ ਪ੍ਰਸੰਨ ਹੋਣਗੇ। ਨਾ ਤੁਰ ਸਭ ਕੋ ਬਦਿਓ ਹੁਲਸਾ ਮਿਟ ਜਾਏ ਮਨ ਹੋਏ ਉਦਾਸਾ। ਜੇ ਤੁਸੀਂ ਗੱਲ ਦੇ ਵਿੱਚ ਜਨੇਊ ਨਾ ਪਾਇਆ, ਇਹਦੇ ਉਲਟ ਉਹ ਸਾਰੇ ਲੋਕ ਜਿਹੜੇ ਬੜੇ ਨਾਰਾਜ਼ ਹੋ ਜਾਣਗੇ, ਉਹਨਾਂ ਦੇ ਚਿਹਰੇ ਦਾ ਖੇੜਾ ਸਦਾ ਵਾਸਤੇ ਮੁੱਕ ਜਾਵੇਗਾ। ਇੱਕ ਵਾਰ ਕਰ ਪਾਈ ਜਨੇਊ ਪੁਨ ਕਰੀਏ ਇੱਛਾ ਉਰ ਜੀਉ। ਇੱਕ ਵਾਰੀ ਕਹਿਣ ਲੱਗੇ ਆਪਣੇ ਗੱਲ ਦੇ ਵਿੱਚ ਤੁਸੀਂ ਜਨੇਊ ਪਾ ਲਓ, ਫਿਰ ਤੁਹਾਡੀ ਜੋ ਮਰਜ਼ੀ ਹੋਵੇਗੀ, ਜੋ ਤੁਹਾਡੀ ਇੱਛਾ ਹੈ, ਉਸੇ ਇੱਛਾ ਦੇ ਅਨੁਸਾਰ ਹੁਕਮ ਕਰ ਲਿਓ, ਕਾਰਜ ਕਰ ਲਿਓ, ਤੁਹਾਨੂੰ ਡਕਾਂਗੇ ਨਹੀਂ। ਅਸ ਸੁਨ ਕਰ ਗਿਆਤਨ ਕਿਉ ਬੈਠਾ ਪੁਨ ਬੋਲੇ ਸ਼੍ਰੀ ਪੰਕਜ ਨੈਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸਾਰੇ ਲੋਕਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ, ਗੌਰ ਦੇ ਨਾਲ ਸੁਣਿਆ, ਔਰ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਕਮਲ ਵਰਗੇ, ਫੁੱਲ ਵਰਗੇ ਨੈਣਾਂ ਵਾਲੇ ਆਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬਾਣੀ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਸ਼੍ਰੀ ਮੁਖ ਵਾਕ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਾਣੀ ਦੇ ਵਿੱਚ ਇਹ ਮਹਾਵਾਕ ਹੈ। ਸਾਹਿਬ ਜੀ ਕਹਿਣ ਲੱਗੇ ਮਨੁੱਖ ਲੱਖਾਂ ਚੋਰੀਆਂ, ਲੱਖਾਂ ਵਿਵਚਾਰ, ਮਾੜੇ ਕਰਮ ਜਿਹੜੇ ਉਹ ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ, ਮੰਦੇ ਬਚਨ ਵੀ ਬੋਲਦਾ ਹੈ, ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਸਾਹਿਬ ਜੀ ਕਹਿਣ ਲੱਗੇ ਦਿਨ ਰਾਤ ਲਾ ਕੇ, ਦਿਨ ਰਾਤ, ਇਹ ਨਹੀਂ ਕਿ ਦਿਨੇ ਹੀ ਕਰਦਾ ਤੇ ਰਾਤ ਨੂੰ ਨਹੀਂ ਕਰਦਾ, ਦਿਨ ਰਾਤ ਕਰਕੇ ਅਣਗਿਣਤ ਠੱਗੀਆਂ, ਅਣਗਿਣਤੀ ਕਹਿਣ ਲੱਗੇ ਬੁਰੇ ਕੰਮ ਇਹ ਕਰਦਾ ਸਾਰੇ ਜੀਵਨ ਦਾ ਧਰੋਹ ਕਰਨ ਵਾਸਤੇ। ਦੁਨੀਆ ਦੇ ਲੋਕਾਂ ਨੂੰ ਠੱਗੀਆਂ ਮਾਰਦਾ ਫਿਰਦਾ, ਝੂਠ ਬੋਲਦਾ ਫਿਰਦਾ, ਕੂੜ, ਇਹ ਸਭ ਕੁਝ ਮੰਦੇ ਕਰਮ ਕਰਦਾ ਫਿਰਦਾ। ਕਾਹਦੇ ਵਾਸਤੇ? ਕੇਵਲ ਮੈਂ ਸ੍ਰੇਸ਼ਟ ਹੋ ਜਾਵਾਂ, ਚੰਗਾ ਬਣਨ ਵਾਸਤੇ। ਸੱਚ ਕਰਕੇ ਜਾਣੋ, ਬੰਦਾ ਆਪਣੇ ਆਪ ਨੂੰ ਚੰਗਾ ਕਰਨ ਵਾਸਤੇ ਦੂਜਿਆਂ ਨੂੰ ਨਿੰਦਦਾ ਹੈ, ਆਪਣੇ ਆਪ ਨੂੰ ਚੰਗਾ ਬਣਨ ਵਾਸਤੇ। ਉਹ ਕੀ ਹੈ? ਕੂੜ। ਸਾਹਿਬ ਜੀ ਕਹਿਣ ਲੱਗੇ ਲੱਖ ਕੂੜੀਆਂ ਲੱਖ ਗਾਲ, ਮੰਦੇ ਕਰਮ, ਮੰਦੇ ਬੋਲ ਜਿਹੜੇ ਆਪਣੇ ਆਪ ਨੂੰ ਚੰਗਾ ਕਰਨ ਵਾਸਤੇ ਤੇ ਦੂਜਿਆਂ ਨੂੰ ਭੰਡਦਾ ਫਿਰਦਾ ਹੈ। ਤੇ ਦਿਨ ਰਾਤ ਕਰਕੇ, ਦਿਨ ਰਾਤ ਇੱਕ ਕਰਕੇ ਸਾਹਿਬ ਜੀ ਕਹਿਣ ਲੱਗੇ ਤੂੰ ਆਪਣੇ ਜੀ ਦੇ ਨਾਲ ਹੀ ਧਰੋਹ ਕਰਦਾ ਹੈ। ਠੱਗ ਕਪਾਹੁ ਕੱਤੀਐ ਬਾਹਮਣ ਵਟਿਆਏ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਬ੍ਰਾਹਮਣ ਆ ਕੇ ਕਪਾਹ ਦੇ ਨਾਲ ਇੱਕ ਧਾਗਾ ਬਣਾਉਂਦਾ, ਜਿਹਨੂੰ ਤੱਗ ਕਿਹਾ ਜਾਂਦਾ, ਜਨੇਊ ਆਖਿਆ ਜਾਂਦਾ। ਬੜੇ ਬਚਨ ਜਿਹੜੇ ਦਾਤੇ ਨੇ ਬਾਣੀ ਵਿੱਚ ਰੱਖੇ। ਸਾਹਿਬ ਜੀ ਕਹਿਣ ਲੱਗੇ ਬ੍ਰਾਹਮਣ ਆ ਕੇ ਕਪਾਹ ਦਾ ਇੱਕ ਜਨੇਊ, ਇੱਕ ਧਾਗਾ ਵੱਟਦਾ ਹੈ। ਉਹਨੇ ਬੱਕਰਾ ਰਹਿਣ ਖਾਇਆ ਸਭ ਕੋ ਆਖੈ ਪਾਏ। ਇਸ ਸ਼ੁਭ ਕੰਮ ਵਾਸਤੇ, ਚੰਗੇ ਕੰਮ ਵਾਸਤੇ ਬੱਕਰਾ ਮਾਰਿਆ ਜਾਂਦਾ ਹੈ।
ਵੱਟਿਆ ਜਾਂਦਾ, ਉਹਨੂੰ ਰਿੰਨਿਆ ਜਾਂਦਾ, ਫਿਰ ਉਹਨੂੰ ਖਾਧਾ ਜਾਂਦਾ ਹੈ, ਤੇ ਫਿਰ ਸਾਰੇ ਆਂਦੇ ਕਿ ਹੁਣ ਤੱਕ ਭਾਵ ਕੇ ਜਨੇਊ ਪਹਿਨਾਇਆ ਜਾਂਦਾ। ਇਹ ਰੀਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਲਗੇ ਤੁਹਾਡੇ ਧਰਮ ਦੀ, ਜਿਹੜਾ ਤੁਸੀਂ ਧਰਮ ਕਰਦੇ, ਔਰ ਉਹ ਧਾਗਾ ਪਾਉਣ ਵਾਸਤੇ ਤੁਸੀਂ ਮੈਨੂੰ ਹੁਕਮ ਕਰਦੇ ਪਏ ਕਿ ਮੈਂ ਧਾਗਾ ਪਹਿਨਣਾ। ਆਹ ਹੈ ਤੁਹਾਡਾ ਧਾਗਾ, ਆਹ ਹੈ ਤੁਹਾਡੀ ਅਸਲ ਰੀਤ। ਬ੍ਰਾਹਮਣ ਨੇ ਆ ਕੇ ਇੱਕ ਕਪਾਹ ਦਾ ਧਾਗਾ, ਕਪਾਹ ਦਾ ਇੱਕ ਰੂਹ ਲੈ ਕੇ ਧਾਗਾ ਵੱਟਿਆ, ਜਿਹਨੂੰ ਧਾਗਾ ਆਖਿਆ, ਉਹਨੂੰ ਪਾਉਣ ਵਾਸਤੇ ਕਹਿ ਲੱਗੇ ਬੱਕਰਾ ਖੋਹ ਦਿੱਤਾ, ਮਾਰਿਆ, ਉਹਨੂੰ ਰਿੰਨਿਆ, ਖਾਧਾ, ਔਰ ਉਸ ਤੋਂ ਬਾਅਦ ਤੁਸੀਂ ਹੁਕਮ ਕਰਦੇ ਹੋ ਕਿ ਇਸ ਧਾਗੇ ਨੂੰ ਪਹਿਨ ਲਓ। ਹੋਏ ਪੁਰਾਣਾ ਸੁਟੀਐ ਇਹ ਫਿਰ ਪਾਈਐ ਹੋਰ। ਉਹ ਕਹਿ ਲੱਗੇ ਜਦੋਂ ਪੁਰਾਣਾ ਹੋ ਜਾਂਦਾ ਹੈ, ਪਹਿਨਿਆ ਹੋਇਆ, ਕਿ ਸੁਭਾਵਕ ਹੈ ਕਿ ਕੱਪੜੇ ਨੂੰ ਵੀ ਮਲ ਲੱਗਦੀ, ਉਹਨੂੰ ਵੀ ਲੱਗੇਗੀ। ਸਾਡੇ ਕੱਪੜੇ ਵੀ ਰੂਹ ਤੋਂ ਹੀ ਬਣਦੇ, ਜਾਂ ਭੇਡਾਂ ਦੇ ਵਾਲ ਹੁੰਦੇ ਉਹਨਾਂ ਤੋਂ ਬਣਦੇ ਬਹੁਤੇ। ਜਦੋਂ ਉਹ ਪੁਰਾਣਾ ਹੁੰਦਾ, ਮਲ ਲੱਗ ਜਾਂਦੀ, ਗੰਦਾ ਹੁੰਦਾ ਜਾਂ ਫਟ ਜਾਂਦਾ ਹੈ, ਕੱਪੜਾ ਜਿਵੇਂ ਲਾਉਨੇ ਇਸੇ ਤਰ੍ਹਾਂ ਉਹ ਜਨੇਊ ਵੀ ਲਾ ਦਿੱਤਾ ਜਾਂਦਾ। ਤੇ ਸਾਹਿਬ ਜੀ ਕਹਿਣ ਲੱਗੇ ਹੋਏ ਪੁਰਾਣਾ ਸੁੱਟੀ ਹੈ ਵੀ ਫਿਰ ਪਾਈਆ ਹੋਰ, ਫਿਰ ਉਹਦੀ ਜਗ੍ਹਾ ਤੇ ਹੋਰ ਪਾਉਣਾ ਪੈਂਦਾ, ਉਹਦੀ ਜਗ੍ਹਾ ਤੇ ਹੋਰ ਪਹਿਨਣਾ ਪਵੇਗਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤੇ ਹਨ। ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਸੱਚ ਕਰਕੇ ਜਾਣ, ਜੇ ਧਾਗੇ ਦੇ ਅੰਦਰ, ਜਨੇਊ ਦੇ ਅੰਦਰ ਇੰਨੀ ਸ਼ਕਤੀ ਹੋਵੇ ਨਾ, ਉਹ ਕਦੇ ਵੀ ਧਾਗਾ ਟੁੱਟੇਗਾ ਨਹੀਂ, ਵੱਡੀ ਗੱਲ। ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ, ਸ਼ਕਤੀ ਹੋਵੇਗੀ ਉਹਦੇ ਵਿੱਚ, ਤਾਕਤ ਹੋਵੇਗੀ, ਤੇ ਕਹਿਣ ਲੱਗੇ ਫਿਰ ਉਹ ਟੁੱਟੇਗਾ ਨਹੀਂ। ਇਹਦਾ ਮਤਲਬ ਇਹਦੇ ਵਿੱਚ ਜ਼ੋਰ ਕੋਈ ਨਹੀਂ, ਇਹਦੇ ਵਿੱਚ ਤਾਕਤ ਕੋਈ ਨਹੀਂ, ਇਹਦੇ ਵਿੱਚ ਸ਼ਕਤੀ ਕੋਈ ਨਹੀਂ। ਜੇ ਸ਼ਕਤੀ ਹੁੰਦੀ ਫਿਰ ਇਹਨੇ ਟੁੱਟਣਾ ਨਹੀਂ। ਸੱਚ ਕਰਕੇ ਜਾਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਜਿਹੜੇ ਸੁਣ ਕੇ ਆਰਾਮ ਹੋ ਜਾਂਦੇ। ਸਾਹਿਬ ਜੀ ਨੇ ਕਿਹਾ ਕਿ ਜਿਨ੍ਹਾਂ ਵਾਸਤੇ ਜਨੇਊ ਤੋਂ ਪਾਉਣਾ ਉਹ ਤੇ ਪਾਇਆ ਹੀ ਕੋਈ ਹੈ, ਹੋਰ ਕੰਮਾਂ ਵਾਲੇ ਪਾਸੇ ਤੁਰਿਆ ਫਿਰਦਾ ਜੀ। ਆ ਕਪਾਹ ਦਾ ਵੱਟ ਕੇ ਪਾਈ ਜਾਂਦਾ, ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਦੁੱਖ ਪਵੈ ਨਿਤਾੜੀ, ਤਗ ਨਾ ਅੱਖੀ ਤਗ ਨਾ ਜੇਵਾ ਤਗ ਨਾ ਅੱਖੀ। ਇਹਨਾਂ ਚੀਜ਼ਾਂ ਨੂੰ ਤਗ ਪਾਉਣਾ ਸੀ, ਇਹਨਾਂ ਨੂੰ ਜਨੇਊ ਪਾਉਣਾ। ਆਪਣੀਆਂ ਅੱਖਾਂ ਨੂੰ ਜਨੇਊ ਪਾ, ਆਪਣੀ ਜ਼ੁਬਾਨ ਨੂੰ ਜਨੇਊ ਪਾ, ਆਪਣੇ ਕੰਨਾਂ ਨੂੰ ਜਨੇਊ ਪਾ, ਆਪਣੇ ਪੈਰਾਂ ਨੂੰ ਜਨੇਊ ਪਾ। ਇਹ ਤੇ ਅਜੇ ਜਨੇਊ ਪਾਇਆ ਨਹੀਂ ਤੇ ਬਾਹਰੀ ਤੌਰ ਤੇ ਪਾ ਕੇ ਤੁਰਿਆ। ਅੱਖਾਂ ਤੇ ਉਸੇ ਤਰ੍ਹਾਂ ਹੀ ਕੰਮ ਕਰਦੀਆਂ, ਕੰਨ ਤੇ ਉਸੇ ਤਰ੍ਹਾਂ ਹੀ ਚੁਗਲੀ ਨਿੰਦਾ ਵਾਲੇ ਪਾਸੇ ਕੰਮ ਕਰਦੀ, ਜ਼ੁਬਾਨ ਤੇ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਅਜੇ ਆਪਣੇ ਮਨ ਦੇ ਵਾਸੀ ਹੈ ਨਾ, ਅਜੇ ਗੁਰੂ ਦੇ ਵਸ ਤੇ ਹੋਈ ਨਹੀਂ, ਅਜੇ ਤੇ ਉਸੇ ਤਰ੍ਹਾਂ ਹੀ ਹੈ। ਜ਼ੁਬਾਨ ਵੀ ਉਸੇ ਤਰ੍ਹਾਂ, ਅਜੇ ਤੇਰੀਆਂ ਅੱਖਾਂ ਵੀ ਉਸੇ ਤਰ੍ਹਾਂ, ਤੇਰੇ ਕੰਨ ਵੀ ਉਸੇ ਤਰ੍ਹਾਂ, ਹੱਥ ਵੀ ਤੇਰੇ ਉਸੇ ਤਰ੍ਹਾਂ ਹੀ। ਸਾਹਿਬ ਜੀ ਕਹਿਣ ਲੱਗੇ ਫਿਰ ਕਿਹੜਾ ਜਨੇਊ ਪਾਇਆ? ਕਾਹਦਾ ਇਹਨਾਂ ਚੀਜ਼ਾਂ ਨੂੰ ਜਨੇਊ ਪਾਉਣਾ ਸੀ, ਇਹਨਾਂ ਨੂੰ ਨਹੀਂ ਪਾਇਆ। ਕੇਵਲ ਬਾਹਰੀ ਤੌਰ ਤੇ ਰੀਤ ਹੀ ਨਿਭਾਈ ਹੈ। ਸੱਚ ਕਰਕੇ ਜਾਣ, ਮੈਂ ਕੌੜਾ ਸੱਚ ਕਹਿਣ ਲੱਗਾ, ਵਿੱਚੇ ਮੈਂ ਵੀ ਅੱਜ ਨਹੀਂ। ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੰਡੇ ਬਾਟੇ ਦੀ ਪੌੜ ਚਾ ਕੇ ਸਾਡੇ ਵੀ ਨਾ ਇਹ ਚੈਨ ਚੱਕਰ ਚ ਆਇਆ, ਤੇ ਅਸੀਂ ਵੀ ਫਿਰ ਉਹਨਾਂ ਵਰਗੀ ਬਣ ਗਏ। ਜੇ ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜ਼ੁਬਾਨ, ਸਾਡੇ ਹੱਥ, ਸਾਡੇ ਪੈਰ ਅਜੇ ਤੱਕ ਸਿੱਧੇ ਰਸਤੇ ਨਹੀਂ ਹੋਏ, ਸੱਚ ਕਰਕੇ ਜਾਣ, ਫਿਰ ਕੰਮ ਉੱਥੇ ਕੀ ਖਲੋਤਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਕੋ ਬ੍ਰਹਮ ਨੂੰ ਸਮਝਾਉਂਦੇ ਪਏ। ਅਜੇ ਅਸੀਂ ਵੀ ਗਾਹ ਨਹੀਂ ਦਿੱਤੀ, ਅਸੀਂ ਵੀ ਗਾਹ ਨਹੀਂ ਤੁਰੇ। ਹਾਲਾਂਕਿ ਜਿਹੜੀ ਖੰਡੇ ਤੇ ਬਾਟੇ ਦੀ ਪੌਲ ਹੈ, ਇਹਦਾ ਤੇ ਉਸ ਤੱਗ ਦੇ ਸਮਾਗਮ ਦੇ ਨਾਲ, ਰੀਤ ਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਕੇਵਲ ਸਮਝਾਉਣ ਵਾਸਤੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਅੰਦਰ ਖੰਡੇ ਤੇ ਬਾਟੇ ਦੀ ਪੌਲ ਉਹਨਾਂ ਨੂੰ ਨਸੀਬ ਹੋਈ ਸੀ ਜਿਨ੍ਹਾਂ ਨੂੰ ਖਾਲਸੇ ਆਖੇ, ਜਿਨ੍ਹਾਂ ਨੂੰ ਸ੍ਰੇਸ਼ਟ ਕਿਹਾ ਸੀ। ਇਹ ਪੰਜ ਕੌਣ? ਇਹ ਮੇਰਾ ਰੂਪ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਤੇ ਬਾਟੇ ਦੀ ਪੌਲ ਦਿੱਤੀ ਨਾ, ਉਹਨਾਂ ਨੂੰ ਸਟੇਜ ਤੇ ਲਿਆ ਕੇ ਖੜੇ ਕਰ ਦਿੱਤਾ ਤੇ ਸਾਰੀ ਸੰਗਤ ਨੂੰ ਰਹਿਤ ਮਰਿਆਦਾ ਸਮਝਾਉਂਦਿਆਂ ਆਖਿਆ ਸੀ ਅੱਜ ਤੋਂ ਬਾਅਦ ਆ ਮੇਰਾ ਰੂਪ ਹੈ। ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਇਹ ਦਇਆ ਸਿੰਘ ਹੀ ਹੈ, ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਵੀ ਇਹ ਧਰਮ ਸਿੰਘ ਹੀ ਹੈ। ਇਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੈ। ਜਿੱਥੇ ਇਹਨਾਂ ਹੁਕਮ ਕਰਤਾ, ਗੋਬਿੰਦ ਸਿੰਘ ਦਾ ਵੀ ਉੱਥੇ ਹੁਕਮ ਨਹੀਂ ਚੱਲੇਗਾ। ਇੰਨਾ ਜ਼ਿਆਦਾ ਮਾਣ ਖਾਲਸੇ ਨੂੰ ਹੁੰਦਾ ਹੈ।
ਅੰਬਰ ਦੀ ਦਾਤ ਦੇ ਦਿੱਤੀ ਤੇ ਸਾਧ ਸੰਗਤ ਉਹਨਾਂ ਦੇ ਅੰਦਰ ਕੁਰੀਤੀਆਂ ਬਾਹਰ ਹੋ ਗਈਆਂ। ਉਹਨਾਂ ਦੇ ਅੰਦਰ ਕੁਰੀਤੀਆਂ ਨਹੀਂ ਰਹੀਆਂ, ਉਹਨਾਂ ਦੇ ਅੰਦਰ ਬਾਬੇ ਨਾਨਕ ਦੇ ਬਚਨ ਵਸ ਗਏ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵਸ ਗਏ। श्रेष्ठ भाव खालसे बनाया, शुद्ध बनाया, पवित्र बना के गुरु गोबिंद सिंह पातशाह महाराज जी ने खंडे ते बाटे दी पौल सानू नसीब करवाई ते सच करके जानियो अमृत छकन तो पहला जो कुछ कर लिया कोई गल नहीं, माड़े काम कर लै, किसी प्रकार मंदे कर लै, कोई गल नहीं, पर जो अमृतधारी हो के किहो जे करदे आ ना फिर बहुत दुख आउंदा है, फिर बहुत दुख आउंदा है। आ साडे हत्थां विच कड़ा पाया है ना, ਇਹਦਾ कुछ मतलब है। साडे आ गलतरे कृपान है ना, ਇਹਦਾ कोई मतलब है। साडा जिहड़ा रेत दा कशहरा ना, ਇਹਦਾ कोई मतलब है। ये कोई आम कोई दुनिया के संसार बाजारों में विश्व विकण वाले नहीं, इन्हां दा कोई मतलब है। जे इन्हां दी फिलॉसफी इन्हां दे मतलब दे नाल जिम्मेवारी दे नाल जुड़ गया, सच जान के खालसे, फिर वो सब कुछ निभा लिया। तो जे इहदे हत्थां दे नाल कोई बुरे काम हुंदे आ ना, फिर ये कड़ी नहीं है। इहनूं ते मैं समझ लिया भी 30 रुपइयां दा एवें लै के कड़ा ही पाई, फिर कुछ भी नहीं है साडे वास्ते। ते जे श्री साहब असीं पाईए ना गातरे कृपान पाई, जे इहदे मुੱਲ ਨੂੰ जान गए फिर ਇਹਦਾ दुनिया ਦੇ ਵਿੱਚ कोई मुੱਲ नहीं होਵੇਗਾ। ਤੇ ਜੇ ਨਾ ਜਾਣੇ ਫਿਰ ਕਹਾਂਗੇ 150 ਦਾ ਲੈ ਕੇ ਦੁਕਾਨ ਤੋਂ ਪਾਇਆ ਸੀ, ਫਿਰ ਇਹੋ ਹੀ ਆਖਾਂਗੇ 150 ਦਾ ਲੈ ਕੇ ਦੁਕਾਨ ਤੋਂ ਹੀ ਪਾਇਆ ਹੈ। पर जे ਇਹਦੇ ਮੁੱਲ ਨੂੰ ਪਹਿਚਾਨ गए, सच करके जान के आखांगे ਇਹਦਾ दुनिया ਦੇ ਵਿੱਚ ਮੁੱਲ ही कोई मुੱਲ नहीं। जिदन जब साडे अंदर जीवन दे विच आ गया ना, फिर ये नहीं कहांगे एक शहर आम ही है, फिर नहीं कहांगे, कह देंगे कई कि आम ही शहर है, फिर नहीं कहांगे कि आम ही शहर है। जिदन जात के सत साडे विच आ गया, साडी सुरत बहुत उच्ची हो जाती, बड़ी उच्ची हो जाती। ये गुणा वाली चीज़ां सन, इन्हां दे करके असीं गुण वाले बने, इन्हां के कारण साडा दुनिया के अंदर बहुत मान है। सत संगत पर जदों दुनिया के अंदर विचरदियां श्री साहब ला के किल्ली दे नाल टंगिया जाता ना, माफ करियो जिहड़े ये कह दिंदे कि मैं छड्ड दित्ता, अमृत छकिया सी छड्ड दित्ता, उन्होंने दुख बड़ा आउंदा कि भलिया तेनू किहने आख्या सी आ के छक ला, तू अज की छड्डदा, तेनू किहने सद्दा थोड़ी दिता है। ये चीज अमोलक है, ਇਹਦਾ कोई मुल नहीं है, ना किसी को जबरदस्ती छकाया जाता है। सच करके जानियो पंज प्यारे सहबान जदों अमृत का बाटा तैयार करते हैं ना, सब तो पहला वो कहते जे किसी को जबरदस्ती किसी ने क्या है या लैके आया है, वो भाई हुणे इत्थों चले जावे, ਉਹਦੇ वास्ते बाटा नहीं। जिन्हों जबरदस्ती किसी ने जोर पा के लिया है ना, ਉਹਦੇ वास्ते बाटा नहीं है। पर जिन्हें मन बना के प्रेम करके श्रद्धा भावना करके इत्थे आया, ਉਹਦੇ वास्ते ये अमृत का बाटा, ਇਹਦਾ कोई मुल नहीं है, ਇਹਦਾ कोई मुल नहीं है। सासी अमोलक चीज, अमोलक वस्तु। मैं बेनती कर रहा सी, साहब जी कह लगे कि ये तग जिहड़ा है, जे च शक्ति हुंदी, ਇਹ ਚ जोर ਹੁੰਦਾ, ਇਹ ਚ ਤਾਕਤ ਹੁੰਦੀ, ਇਹ ਸੜਨਾ ਨਹੀਂ। ਤੇ ਮੈਂ ਆਪ ਇਹਨਾਂ ਦਾ ਵਿਚਾਰ ਕੀ ਸਾਥ ਪਾ ਰਿਹਾ ਸੀ, ਜੇ ਕਿਤੇ ਸਾਡੇ ਇਹ ਜੀਵਨ ਦੇ ਅੰਦਰ ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜ਼ੁਬਾਨ, ਸਾਡੇ ਪੈਰ ਸਹੀ ਰਸਤੇ ਨਹੀਂ ਨਾ ਹੋਏ, ਫਿਰ ਕੇਵਲ ਉਹਨਾਂ ਵਰਗਾ ਵਿਖਾਵਾ ਹੀ ਕਰਦੇ ਪਏ ਆ। ਅਜੇ ਤੱਕ ਮਹਾਰਾਜ ਦੀ ਮਾਤ ਨਹੀਂ ਜੀ ਸਾਡੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ तग के प्रति भाव जनेऊ के प्रति गुरबाणी के राही जिहड़े लोग लागे जुड़े इकट्ठे हुए हैं, पंडित ब्राह्मण या साख संबंधी, उन्होंने उपदेश दिंदे हन। जो भई लोका रीत जो जग जुपवीता, होत पुरातन टूटत नीता। पातशाह जी कहन लगे लोका दी रीत रिवाज के अनुसार आ जिहड़ा तुसीं जनेऊ बना के लिआउंदे हो, वो पुराना हो जाता है, नित टुटदा रहिंदा है। अवर गौर ले अवर सुकावा, जग मिथ्या तस बनियो बनावा। जिस तरह कहन लगे संसार एक मिथ्या है, क्योंकि एक झूठा संसार है। गुरु नानक साहब जी ने कहा, कहते जिवें ये झूठा संसार है ना,
ਇਸੇ ਤਰ੍ਹਾਂ ਇਹ ਜਨੇਊ ਵੀ ਭਾਈ ਸਾਹਿਬ ਜੀ ਕਹਿ ਲਗੇ ਝੂਠਾ ਹੀ ਹੈ, ਕਿਉਂਕਿ ਸੰਸਾਰ ਕਦੀ ਰੱਬ ਨੇ ਬਣਾਤਾ, ਕਦੀ ਫਿਰ ਆਪਣੀ ਝੋਲੀ ਚ ਪਾ ਕੇ ਸਮੇਟ ਦਿੱਤਾ। ਇਹ ਰੱਬ ਦੀ ਦਾਤ ਹੈ। ਇਹ ਸੰਸਾਰ ਜਿਹੜਾ ਕਈ ਵਾਰੀ ਬਣਿਆ ਤੇ ਕਈ ਵਾਰੀ ਇਹ ਨਾਸ਼ ਹੋ ਗਿਆ, ਜਿਹਨੂੰ ਥੇ ਕਹਿੰਦੇ ਨੇ, ਆ ਥੇ ਹੋ ਗਿਆ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿਣ ਲੱਗੇ ਇਹ ਜਨੇਊ ਕਹਿ ਲਗੇ ਪੁਰਾਣਾ ਹੋ ਗਿਆ ਤੇ ਟੁੱਟ ਗਿਆ, ਉਹਦੀ ਜਗ੍ਹਾ ਤੇ ਫਿਰ ਪਾ ਲਿਆ, ਉਹ ਟੁੱਟ ਗਿਆ, ਫਿਰ ਪਾ ਲਿਆ, ਉਹ ਟੁੱਟ ਗਿਆ, ਫਿਰ ਪਾ ਲਿਆ, ਭਾਵ ਕਿ ਨਵਾਂ ਤੇ ਪੁਰਾਣਾ ਹੁੰਦਾ ਰਹਿੰਦਾ। ਕਦੀ ਇਹ ਬਣਦਾ ਤੇ ਕਦੀ ਇਹ ਢਹਿੰਦਾ ਰਹਿੰਦਾ ਹੈ। ਇਹ ਬਸ ਉਸੇ ਤਰ੍ਹਾਂ ਹੈ ਜਿਵੇਂ ਇੱਕ ਮਿਥਿਆ ਸੰਸਾਰ ਹੋਵੇ। ਜੇਕਰ ਹੋਵੇ ਜੋਰ ਜਨੇਊ, ਮੁਝ ਕਰ ਦੀਜੈ ਭਗਨ ਨ ਜੇਊ। ਆਂਦੇ ਫਿਰ ਮੈਂ ਤੁਹਾਨੂੰ ਮਨਾ ਨਹੀਂ ਕਰਾਂਗਾ, ਮੈਂ ਸਤਿਕਾਰ ਸਾਹਿਬ ਤੁਹਾਨੂੰ ਆਖਾਂਗਾ ਕਿ ਮੇਰੇ ਗਲ ਦੇ ਵਿੱਚ ਪਾ ਦਿਓ, ਜੇ ਇਹ ਜਨੇਊ ਸਦਾ ਵਾਸਤੇ ਰਹੇਗਾ। ਲਟ ਕੋ ਬਸਨਾ ਨਸ ਰਾਸੀ, ਜੇਤੇ ਪਦ ਪ੍ਰਾਪਤ ਅਬਿਨਾਸੀ। ਜਿਹਦੇ ਨਾਲ ਕਹਿਣ ਲੱਗੇ ਭਾਰੀ ਭੈੜੀਆਂ ਵਾਸ਼ਨਾਵਾਂ, ਬੁਰੀਆਂ ਵਾਸ਼ਨਾਵਾਂ ਨਸ ਜਾਣ, ਛੋੜ ਨਾ ਆਉਣ। ਜੇ ਤੇ ਬਾਕੀ ਇਹ ਜਨੇਊ ਕਰ ਦੇਵੇਗਾ ਨਾ, ਫਿਰ ਮੈਨੂੰ ਕਹਿਣ ਲੱਗੇ ਇਹ ਜਨੇਊ ਪਾ ਦੇ। ਮੈਂ ਤੇ ਇਹ ਚਾਹੁੰਦਾ ਹਾਂ ਕਿ ਜਨੇਊ ਪਾ ਕੇ ਤੇ ਅਮਰ ਪਦਵੀ ਪਹੁੰਚ ਜਾਵਾਂ। ਅਮਰ ਪਦ ਇਹਨੂੰ ਚੌਥਾ ਪਦ ਵੀ ਕਿਹਾ ਬਾਣੀ ਦੇ, ਜਿੱਥੇ ਜਾ ਕੇ ਸੰਕਲਪ ਵਿਕਲਪ ਆ ਸਭ ਕੁਝ ਹੀ ਮੁੱਕ ਜਾਂਦਾ, ਰੱਬ ਦੇ ਨਾਲ ਸੁਰਤੀ ਜੁੜ ਜਾਂਦੀ। ਜਿੱਥੇ ਇਹ ਕਹਿ ਦਈਏ ਕੇਵਲ ਬੰਦਾ ਰੱਬੀ ਹੁਕਮ ਦੇ ਵਿੱਚ ਹੀ ਜਿਉਣਾ ਸਿੱਖ ਲੈਂਦਾ, ਫਿਰ ਨਹੀਂ ਕਹਿੰਦਾ ਵੀ ਰੱਬ ਨੇ ਚੰਗਾ ਕੀਤਾ ਜਾਂ ਮਾੜਾ ਕੀਤਾ। ਇਹ ਚੀਜ਼ਾਂ ਜਿੱਥੇ ਨਾਸ਼ ਹੋ ਜਾਂਦੀਆਂ, ਫਿਰ ਤੇ ਸ਼ੁਕਰਾਨਾ ਹੀ ਹੋਵੇਗਾ, ਦੁੱਖ ਵੇਲੇ ਅਰਦਾਸ ਹੀ ਹੋਵੇਗੀ ਤੇ ਹਰ ਵੇਲੇ ਸਿਮਰਨ ਹੀ ਚੱਲੇਗਾ। ਉਹਨੂੰ ਮੇਰੇ ਦਾਤੇ ਨੇ ਆਖਿਆ ਜੇ ਪਦਵੀ ਤੇ ਪਹੁੰਚ ਜਾਵਾਂਗਾ ਤੇ ਭਾਈ ਜਨੇਊ ਪਾ ਦਿਓ, ਫਿਰ ਨਹੀਂ ਆਖਾਂਗਾ ਵੀ ਇਹ ਜਨੇਊ ਮਾੜਾ ਹੈ। ਸਾਹਿਬ ਜੀ ਕਹਿਣ ਲੱਗੇ ਜੀ ਮੇਰੇ ਅੰਦਰੋਂ ਬੁਰੀਆਂ ਵਾਸ਼ਨਾਵਾਂ, ਭੈੜੀਆਂ ਵਾਸ਼ਨਾਵਾਂ ਦਾ ਖਾਤਮਾ ਹੁੰਦਾ ਹੈ। ਜੋ ਪਈ ਅਸਬਿਦ ਸ਼੍ਰੀ ਨਾਨਕ ਗਤ ਦਾਨੀ, ਉਪਦੇਸ਼ਨ ਕੀ ਉਚਰਤ ਬਾਣੀ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਗੁਰਬਾਣੀ ਦਾ ਸਹਾਰਾ ਲਿਆ ਹੈ। ਬਚਨ ਬਦਨ ਬਦਤ ਵਿਪਰਨ ਬਰਿਆਈ, ਜਗ ਜੁਗ ਰੀਤ ਦਿਓ ਬਹਿਰਾਈ। ਇਹਨਾਂ ਗੱਲਾਂ ਦੇ ਕਰਕੇ ਹੀ ਵੱਡੇ ਵੱਡੇ ਜਿਹੜੇ ਬ੍ਰਾਹਮਣ ਲੋਕ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਿਰੋਧ ਕਰਦੇ ਹਨ। ਹੋਸ਼ਨ ਭਏ ਤਵੇ ਸੁਖ ਸਦਨਾ, ਤਿਜ ਦੰਬਦ ਕੋ ਕੀਨ ਨਿਕੰਦਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਸੁੱਖਾਂ ਦੇ ਸਾਗਰ ਕਿਹਾ, ਸੁੱਖ ਦੇਣ ਵਾਲੇ ਆਖਿਆ, ਇਹ ਗੱਲਾਂ ਕਰਨ ਤੋਂ ਬਾਅਦ ਚੁੱਪ ਹੋ ਗਏ। ਬ੍ਰਾਹਮਣਾਂ ਦੇ ਮਨਾਂ ਦੇ ਜਿਹੜੇ ਕਪਟ ਸਨ, ਮੇਰੇ ਦਾਦਾ ਜੀ ਸਿਆਣ ਲੈਂਦੇ ਹਨ। ਤੇ ਚਿਨਾਰ ਕਿਉਰ ਪਰਵਾਰੂ, ਸਭ ਕੇ ਮਨ ਤੇ ਮਿਟਾ ਕਵਾਰੂ। ਸਾਰੇ ਪਰਿਵਾਰ ਦੇ ਮਨ ਅੰਦਰੋਂ ਖੋਟ ਮਿਟ ਗਈ। ਬਚਨ ਸੁਨਣ ਕੀ ਦਿਜ ਹਰ ਦਿਆਲੂ, ਵਡਲਾਲ ਸੰਭੋਲਿਓ ਤੇ ਕਾਲੂ। ਜਿਹੜਾ ਪੰਡਤ ਹਰਦਿਆਲ ਕੋਲ ਹੈ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਤੋਂ ਕਿੰਨਾ ਪ੍ਰਸੰਨ ਹੋਇਆ। ਉਹਨੇ ਸੁਭਾਵ ਕੀ ਕਹਿ ਦਿੱਤਾ ਕਿ ਮੇਰੇ ਅੰਦਰ ਤੁਹਾਡੇ ਬਚਨਾਂ ਨੂੰ ਸੁਣਨ ਦੀ ਬੜੀ ਵੱਡੀ ਲਾਲਸਾ ਹੈ। ਉੱਚ ਕਰਮ ਤੇ ਗਿਰਾ ਬਾਚੀ, ਹਿਰਦੇ ਸੁਧ ਕੋਏ ਸਭ ਸਾਚੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਪ੍ਰਸੰਨ ਹੁੰਦਿਆਂ ਪੰਡਤ ਹਰਦਿਆਲ ਨੇ ਇਹ ਗੱਲ ਮੰਨ ਲਈ। ਆਂਦੇ ਇਹ ਬੜੇ ਚੰਗੇ ਕਰਮਾਂ ਤੇ ਜਾ ਕੇ ਬਾਣੀ ਉਚਾਰਨ ਕੀਤੀ ਗਈ ਹੈ। ਬਹੁਤ ਵੱਡੀ ਸੋਚ ਹੈ ਬਾਣੀ। ਔਰ ਜਿਹੜਾ ਇਹ ਬਾਣੀ ਸੁਣਦਾ ਹੈ, ਹਿਰਦੇ ਕਰਕੇ ਮੰਨਦਾ ਹੈ, ਇਹ ਪੰਡਤ ਕਹਿੰਦਾ ਵੀ ਸੱਚੀ ਗੱਲ ਹੈ ਕਿ ਉਹਦਾ ਅੰਦਰ ਦਾ ਹਿਰਦਾ ਸਾਫ਼ ਹੋ ਗਿਆ। ਅੰਦਰੋਂ ਭਾਂਡਾ ਜਿਹੜਾ ਸੱਚ ਹੈ, ਸਤ ਸੰਗਤ ਜਿੱਦਣ ਸਾਡਾ ਹਿਰਦਾ ਸਾਫ਼ ਹੋ ਗਿਆ, ਅਸੀਂ ਬਾਣੀ ਦੇ ਅੰਦਰੋਂ ਆਪਣਾ ਮੁਖ ਦੇਖਾਂਗੇ। ਬਾਣੀ ਬਾਕੀ ਦਰਪਣ ਹੈ, ਇਹ ਕੋਈ ਗੱਲ ਝੂਠ ਨਹੀਂ। ਬਾਣੀ ਸ਼ੀਸ਼ਾ ਹੈ। ਜਿਵੇਂ ਦਾ ਅਕਸ਼ ਲੈ ਕੇ ਜਾਵਾਂਗੇ ਨਾ, ਇਹੋ ਜਿਹਾ ਸਾਨੂੰ ਬਾਣੀ ਦਿਖਾ ਦਿੰਦੀ ਹੈ। ਤੇਰਾ ਅਕਸ਼ ਮਾੜਾ ਹੈ ਕਿ ਤੇਰਾ ਅਕਸ਼ ਚੰਗਾ ਹੈ, ਸਭ ਕੁਝ ਪਤਾ ਲੱਗ ਜਾਵੇਗਾ। ਪਰ ਕਈ ਵਾਰੀ ਅਸੀਂ ਗੁੱਸਾ ਕਰਕੇ ਬਹਿ ਜਾਂਦੇ ਆ, ਆਹ ਬਾਣੀ ਸਾਡੇ ਤੇ ਲਾ ਕੇ ਕਹੀ ਗਈ। ਉਹ ਨਹੀਂ ਭਾਈ, ਬਾਣੀ ਦੇ ਉਪਦੇਸ਼ ਚੌਂ ਵਰਨਾ ਕੋ ਸਾਂਝੀ ਵਾਲੀ ਗੱਲ ਹੈ। ਗੱਲ ਕੀ ਹੈ ਕਿ ਮੈਂ ਬਿਮਾਰ ਆ ਤਾਂ ਕਰਕੇ ਉਹ ਲੱਗ ਗਈ, ਬਿਮਾਰ ਤਾਂ ਕਰਕੇ ਲੱਗ ਗਈ। ਮਿਰਚਾਂ ਉੱਥੇ ਲੱਗਣਗੀਆਂ, ਨਮਕ ਉੱਥੇ ਲੱਗੇਗਾ ਜਿੱਥੇ ਜ਼ਖਮ ਹੋ ਗਿਆ।
ਬਾਣੀ ਸਾਰਿਆਂ ਵਾਸਤੇ ਹੈ। ਇਹ ਸਾਡੇ ਹਿਰਦੇ ਨੂੰ ਸਾਫ਼ ਕਰਦੀ ਹੈ, ਪਵਿੱਤਰ ਕਰਦੀ ਹੈ। ਇਹ ਬਾਣੀ ਦਰਪਣ ਹੈ, ਇੱਕ ਸ਼ੀਸ਼ਾ ਹੈ। ਜਦੋਂ ਅਸੀਂ ਮੁੱਖ ਲੈ ਕੇ ਆਪਣਾ ਹਿਰਦਾ ਲੈ ਕੇ ਜਾਵਾਂਗੇ ਨਾ, ਜਿਉਂ-ਜਿਉਂ ਬਾਣੀ ਪੜ੍ਹੀ ਜਾਵਾਂਗੇ, ਵਿਚਾਰੀ ਜਾਵਾਂਗੇ, ਪਤਾ ਲੱਗਦਾ ਜਾਵੇਗਾ ਆ ਖੋਟ ਮੇਰੇ ਅੰਦਰ ਬੈਠੀ ਹੈ, ਆ ਬੁਰਾ ਕੰਮ ਮੇਰੇ ਅੰਦਰ ਬੈਠਾ ਹੈ। ਪਰ ਸਾਧ ਸੰਗਤ ਉੱਥੇ ਫਰਜ਼ ਕੀ ਹੈ? ਜਿਹੜਾ ਉਪਦੇਸ਼ ਗੁਰੂ ਸਾਹਿਬ ਦਿੰਦੇ ਆ, ਜਦੋਂ ਅਗਲੀ ਵਾਰ ਪੜ੍ਹੇ ਤੇ ਉਦੋਂ ਖੋਟ ਨਿਕਲ ਜਾਣੀ ਚਾਹੀਦੀ। ਅਗਲੀ ਵਾਰ ਜਦੋਂ ਉੱਥੇ ਆਵੇਂ ਉਦੋਂ ਤੇਰੇ ਅੰਦਰੋਂ ਖੋਟ ਨਿਕਲ ਜਾਣੀ ਚਾਹੀਦੀ ਹੈ। ਤਾਂ ਆਖਿਆ ਵੀ ਸਾਹਿਬ ਪੜ੍ਹ ਵਾਰ-ਵਾਰ ਕਰੇ, ਤਾਂ ਆਖਿਆ ਵਾਰ-ਵਾਰ ਬਾਣੀ ਪੜ੍ਹ। ਚੋਟ ਲੱਗੇਗੀ ਜਦੋਂ ਵਾਰ-ਵਾਰ ਪੜ੍ਹ, ਫਿਰ ਹੌਲੀ-ਹੌਲੀ ਅੰਦਰ ਤੇਰਾ ਸ਼ੁੱਧ ਤੇ ਪਵਿੱਤਰ ਹੋ ਜਾਵੇਗਾ। ਸਾਧ ਸੰਗਤ ਅੱਜ ਵਿਚਾਰ ਛੱਡ ਦਿੱਤੀ, ਕੇਵਲ ਸੁਣਨ ਤੱਕ ਹੀ, ਜਾਂ ਉਹ ਟੇਪ ਰਿਕਾਰਡ ਜਿਹੜੀ ਹੁੰਦੀ ਉਹ ਤੱਕ ਹੀ ਰਹਿ ਗਏ ਆ। ਪਰ ਜੇ ਕਿਤੇ ਇਹ ਬਾਣੀ ਨੂੰ ਵਿਚਾਰ ਕਰਕੇ ਸਾਹਿਬ ਪਾਠ ਦਾ ਰੂਪ ਬਣਾ ਕੇ ਪੜ੍ਹੀਏ ਨਾ, ਇੱਕ ਤੇ ਆਨੰਦ ਆਵੇਗਾ, ਦੂਸਰਾ ਸਾਨੂੰ ਆਪਣੀਆਂ ਗਲਤੀਆਂ ਬਾਰੇ ਪਤਾ ਲੱਗੇਗਾ। ਸੰਸਾਰ 'ਚ ਵਿਚਰਦਿਆਂ ਕਿੰਨੀਆਂ ਭੁੱਲਾਂ ਕਰਦੇ ਆ, ਔਰ ਭੁੱਲਾਂ ਤੋਂ ਅਸੀਂ ਰਹਿਤ ਹੋ ਜਾਵਾਂਗੇ ਜਦੋਂ ਬਾਣੀ ਪੜਾਂਗੇ। ਪਹਿਲੇ ਜਿਹੜੇ ਸਿੱਖ ਸਨ, ਕਿਉਂ ਮਨਾਂ ਦੇ ਪੱਕੇ ਸੀ? ਅੱਜ ਤੇ ਗੁਰੂ ਘਰ ਹੀ ਪੱਕੇ ਰਹਿ ਗਏ, ਮਨ ਸਾਡੇ ਬੜੇ ਕੱਚੇ ਹੋ ਗਏ। ਉਹਨਾਂ ਸਾਧ ਸੰਤ ਬਾਣੀ ਦਾ ਲੜ ਨਹੀਂ ਸੀ ਕਦੇ ਛੱਡਿਆ। ਜੰਗਲਾਂ 'ਚ ਰਹੇ ਤਾਂ ਬਾਣੀ ਪਕੜ ਕੇ ਰੱਖੀ। ਜੇ ਕਿਤੇ ਮੁਸੀਬਤ ਵਿੱਚ ਕਿਤੇ ਵੀ ਚਲੇ ਗਏ, ਉਦੋਂ ਵੀ ਉਹਨਾਂ ਬਾਣੀ ਦਾ ਲੜ ਪਕੜ ਕੇ ਰੱਖਿਆ। ਇਸੇ ਕਰਕੇ ਐਡੀ ਵੱਡੀ ਮੁਸ਼ਕਲ ਦੇ ਵਿੱਚ ਜੂਝਦਾ ਵੀ ਉਹਨਾਂ ਨੂੰ ਮੁਸ਼ਕਲ ਨਹੀਂ ਸੀ ਲੱਗਦਾ। ਇਹ ਮੁਸ਼ਕਲ ਨਹੀਂ ਹੈ, ਐਡਾ ਵੱਡਾ ਔਖਾ ਪੈਂਡਾ ਨਹੀਂ। ਉਹ ਤਾਂ ਨਹੀਂ ਸੀ ਲੱਗਦਾ ਕਿਉਂਕਿ ਗੁਰਬਾਣੀ ਉਹਨਾਂ ਦਾ ਸਹਾਰਾ ਸੀ। ਤੇ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣਾ ਸਹਾਰਾ ਮੰਨ ਲਿਆ, ਸੱਚ ਕਰਕੇ ਜਾਣੇ, ਦੁਨੀਆ ਦੇ ਅੰਦਰੋਂ ਉਹ ਤਰ ਜਾਣਗੇ, ਡੁੱਬਣਗੇ। ਚਾਹੇ ਜੇ ਰਸਤੇ ਦੇ ਵਿੱਚ ਕਿਤੇ ਠੋਕਰ ਲੱਗਣ ਦਾ ਵੀ ਸਮਾਂ ਆ ਗਿਆ, ਗੁਰੂ ਕਿਰਪਾ ਕਰੇਗਾ ਤਾਂ ਠੋਕਰ ਨਹੀਂ ਲੱਗੇਗੀ, ਕਿਤੇ ਬਾਣੀ ਦਾ ਪੱਲਾ ਪੜੇਗਾ। ਪੰਡਤ ਹਰਦਿਆਲ ਨੇ ਇਹ ਗੱਲ ਆਖੀ ਹੈ, ਆਂਦਾ ਉੱਚੇ ਕਰਮ ਕਰਕੇ ਬਾਣੀ ਉਚਾਰੀ ਗਈ, ਬਹੁਤ ਉੱਚੀ ਸੋਚ ਕਰਕੇ। ਔਰ ਇਹ ਪਾਵਨ ਬਾਣੀ ਉਹ ਹੈ ਜਿਹੜੀ ਸਾਡੇ ਹਿਰਦਿਆਂ ਵਾਸਤੇ, ਸਾਡੇ ਮਨਾਂ ਵਾਸਤੇ ਸ਼ੁਭਦਾਇਕ ਹੈ, ਸਾਡੇ ਮਨਾਂ ਨੂੰ ਸ਼ੁੱਧ ਕਰਦੀ ਹੈ। ਜੋ ਜਗ ਕਾਨ ਸਿੰਖਲਾ ਸੰਗਾ, ਵਰਨ ਧਰਮ ਕਰ ਸਕੇ ਨ ਪੰਗਾ। ਜਿਹੜਾ ਜਗ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ, ਆ ਪੰਡਤ ਹਰਦਿਆਲ ਦੀ ਗੱਲ ਸੁਣਿਓ। ਇਹ ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ, ਕੋਈ ਪੰਡਤ ਕਹਿ ਰਹੇ। ਜਿਹੜਾ ਸੰਸਾਰ ਦੇ ਅੰਦਰ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਹੈ, ਬੁਰੇ ਕੰਮਾਂ ਦੇ ਵਿੱਚ, ਉਹਨਾਂ ਨੂੰ ਵਰਨ ਧਰਮ ਬੁਰੇ ਕੰਮ ਕਦੇ ਮੁਕਤ ਨਹੀਂ ਕਰਵਾ ਸਕਦੇ। ਇਹ ਪੰਡਤ ਨੇ ਗੱਲ ਮੰਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹਿ ਕੇ, ਕਿ ਵਰਨ ਧਰਮ ਬੁਰੇ ਕੰਮ ਇਹ ਜਿੰਨੇ ਕਰੇਗਾ ਓਨੀਆਂ ਬੇੜੀਆਂ ਪੈਣੀਆਂ, ਜਿੰਨੇ ਕਰੇਗਾ ਓਨੇ ਸੰਗਲ ਵੱਜਦੇ ਜਾਣਗੇ, ਜਿੰਨੇ ਬੁਰੇ ਕੰਮ ਕਰੇਗਾ ਓਨਾ ਜਕੜਿਆ ਜਾਵੇਗਾ, ਅਗਾਹ ਨਹੀਂ ਜਾ ਸਕਦਾ, ਖਲੋ ਜਾਵੇਗਾ, ਖੜੋ ਤਾਰੋ। ਔਰ ਪੰਡਤ ਆਖਦਾ ਕਹਿੰਦਾ ਜਗ ਦੇ ਵਿੱਚ ਬੇੜੀਆਂ ਪੈਂਦੀਆਂ, ਇਹਦੇ ਵਿੱਚ ਜਕੜਿਆ ਜਾਵੇਗਾ, ਕਦੇ ਵੀ ਵਰਨ ਧਰਮ ਇਹ ਤੈਨੂੰ ਮੁਕਤ ਨਹੀਂ ਕਰਵਾ ਸਕਦੇ। ਹੁਣ ਜਿਜ ਮਤ ਕੋ ਜਗ ਜੁਗ ਬੀਤਾ, ਉਚਰ ਵਚਨ ਸੋਤ ਪੁਨੀਤਾ। ਫਿਰ ਕਹਿਣ ਲੱਗੇ ਵੀ ਜੋ ਤੁਹਾਡੀ ਮਤ ਦੇ ਅਨੁਸਾਰ ਹੈ ਕਿ ਚੰਗਾ ਜਨੇਊ ਕਿਹੜਾ ਪਾ ਲਈਏ, ਕਿਹੜੀ ਤੁਹਾਡੀ ਮਤ ਦੇ ਅਨੁਸਾਰ ਚੰਗੀ ਬਾਤ ਹੈ, ਉਹ ਸਾਨੂੰ ਕਿਰਪਾ ਕਰਕੇ ਦੱਸਣਾ ਕਰੋ। ਸੁਨੈ ਸਵੈਦ ਜਵਾਹਰ ਗਿਆਤੀ, ਜੋ ਅਟੂਟ ਰਹਿ ਸਦਾ ਸੰਗਾਤੀ। ਬ੍ਰਾਹਮਣ ਆਖਦਾ ਕਿ ਆ ਤੁਹਾਡੇ ਲਾਗੇ ਬ੍ਰਾਹਮਣ ਬੈਠੇ ਆ, ਸਾਧ ਸੰਬੰਧੀ ਲੋਕ ਆ ਕੇ ਬੈਠੇ ਆ, ਜਦੋਂ ਤੁਸੀਂ ਦੱਸੋਗੇ ਇਹ ਲੋਕ ਸੁਣ ਲੈਣਗੇ ਵੀ ਚੰਗਾ ਜਨੇਊ ਕਿਹੜਾ, ਔਰ ਕਿਰਪਾ ਕਰਕੇ ਦੱਸੋ ਜਿਹੜਾ ਜਨੇਊ ਪਾਇਆ ਕਦੇ ਟੁੱਟੇਗਾ ਨਹੀਂ। ਸੁਨਤ ਸ੍ਰਵਣ ਅਰਵਿੰਦ ਬਿਲੋਚਨ, ਬੋਲੇ ਬਾਣੀ ਬੰਦ ਵਿਵਚਨ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਬੰਧਨਾਂ ਤੋਂ ਰਹਿਤ ਕਰਨ ਵਾਲੇ ਆ, ਉਹਨਾਂ ਨੇ ਰਹਿਮਤ ਕਰਦੇ ਹੋਇਆ ਇਹਨਾਂ ਲੋਕਾਂ ਤੇ ਪਰਉਪਕਾਰ ਕੀਤਾ ਤੇ ਵਚਨ ਉਚਾਰੇ ਹਨ। ਸ਼੍ਰੀ ਮੁਖ ਬਾਤ ਨਾਏ ਮਨੈ ਪਤ ਉਪਜੈ, ਸਾਲਾਈ ਸਚ ਸੂਤ। ਸਾਹਿਬ ਜੀ ਕਹਿਣ ਲੱਗੇ ਰੱਬ ਦੀ ਉਹ ਸੁਆਮੀ ਦੀ ਸਿਫਤ ਸਲਾਹ ਕਰਨੀ ਸੱਚਾ ਅਸਲ ਦੇ ਵਿੱਚ ਜਨੇਊ ਹੈ। ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਦੀ ਬਾਣੀ ਪੜ੍ਹਨੀ, ਰੱਬ ਦੀ ਗੱਲ ਨੂੰ ਮੰਨਣਾ, ਇਹ ਸੱਚਾ ਜਨੇਊ ਹੈ, ਸੱਚਾ ਸੂਤ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਜਿਵੇਂ ਨਾਮ ਪੜ੍ਹੀ ਜਾਵੇਗਾ, ਬਾਣੀ ਉਚਾਰਨ ਕਰੀ ਜਾਏਗੀ, ਨਾਏ ਮੰਨਿਆ ਪਤ ਉਪਜੈ। ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਜਿਵੇਂ
ਤੂੰ ਭਰੋਸਾ ਲਿਆਉਂਦਾ ਜਾਵੇਂਗਾ, ਸੰਸਾਰ ਦੇ ਅੰਦਰ ਤੇ ਰੱਬ ਦੇ ਅੱਗੇ ਤੇਰੀ ਇੱਜ਼ਤ ਬਣਦੀ ਜਾਵੇਗੀ। ਪੱਤ ਢੱਕਣ ਵਾਸਤੇ ਗੁਰੂ ਪੱਤ ਢੱਕਦਾ। ਦੁਨੀਆ ਦੇ ਲੋਕ ਪੱਤ ਸਾਡੀ ਉਖੇੜ ਦਿੰਦੇ, ਦੁਨੀਆ ਦੇ ਲੋਕ ਨਹੀਂ ਜੀ ਪੱਤ ਰਹਿਣ ਦਿੰਦੇ, ਇੱਜ਼ਤ ਨਹੀਂ ਜੀ ਰਹਿਣ ਦਿੰਦੇ। ਪਰ ਜੇ ਕੋਈ ਰੱਖਦਾ ਤੇ ਉਹ ਗੁਰੂ ਪਰਮੇਸ਼ਰ ਰੱਖਦਾ, ਕਦੇ ਨਹੀਂ ਕੋਈ ਰੱਖੇਗਾ। ਸਾਡੇ ਬੁਰੇ ਕੰਮਾਂ ਤੇ ਵੀ ਗੁਰੂ ਪਰਦਾ ਪਾ ਦਿੰਦਾ, ਪਰ ਦੁਨੀਆ ਦੇ ਲੋਕ ਨਹੀਂ ਦੇ ਰਹੇ। ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਰ। ਇਹ ਬੰਦਾ ਆਪ ਹੀ ਮਾਰਦਾ ਆਪਣੇ ਪੈਰਾਂ ਤੇ ਕੁਹਾੜਾ, ਗੁਰੂ ਤੇ ਡੱਕਦੇ ਆ, ਫੜਦੇ ਆ ਕੁਹਾੜਾ ਵੀ ਨਾ ਮਾਰਦਾ, ਗੁਰੂ ਤੇ ਫੜਦਾ ਹੈ, ਬੰਦਾ ਹੀ ਮਾਰੀ ਜਾਂਦਾ ਹੈ। ਨਾ ਦੁਨੀਆ ਬਣੀ ਹੈ ਤੇ ਨਾ ਰੱਬ ਵਾਲੇ ਬੰਦੇ ਸੱਚਾ ਹੋ ਸਕਦਾ। ਦੋਨਾਂ ਵਾਲੇ ਪਾਸੇ ਗਿਆ। ਦੁਨੀਆ ਦੇ ਲੋਕਾਂ ਨੂੰ ਖੁਸ਼ ਕਰਦਿਆਂ ਆ ਸਾਡਾ ਨੱਕ ਹੈ ਨਾ, ਇਹ ਨਾ ਕਿਤੇ ਰਹਿ ਜਾਏ, ਇਹੀ ਉੱਚਾ ਕਰੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਲਿਆ ਜਿੰਨਾ ਮਰਜੀ ਦੁਨੀਆ ਦੇ ਲੋਕਾਂ ਨੂੰ ਖੁਸ਼ ਕਰਦਾ ਹੈ, ਜਿੰਨਾ ਮਰਜੀ ਆਪਣਾ ਨੱਕ ਉੱਚਾ ਕਰਦਾ ਹੈ, ਪਰ ਸਮਾਂ ਆਵੇਗਾ ਨਾ ਤੇ ਨੱਕ ਹੀ ਉੱਚਾ ਰਹਿਣਾ ਤੇ ਨਾ ਲੋਕ ਹੀ ਖੁਸ਼ ਹੋ ਸਕਦੇ। ਇੱਥੇ ਤੇ ਬਾਬੇ ਨਾਨਕ ਨੇ ਆਖਿਆ ਸੀ, ਮੈਨੂੰ ਲੋਕ ਭੂਤਰਾ ਕਹਿੰਦੇ ਆ। ਬਾਬਾ ਨਾਨਕ ਕਹਿੰਦਾ ਵੀ ਲੋਕ ਮੈਨੂੰ ਪਾਗਲ ਪੁਰਾਈਆ ਕਹਿੰਦੇ ਆ, ਹਾਲਾਂਕਿ ਮੈਂ ਇਹਨਾਂ ਦਾ ਕੁਝ ਵਿਗਾੜਿਆ ਨਹੀਂ, ਮੈਂ ਇਹਨਾਂ ਨੂੰ ਸਿੱਧੇ ਰਸਤੇ ਪਾਇਆ ਕਿ ਇਹ ਰਸਤਾ ਤੇਰਾ ਪੁੱਠਾ ਹੈ। ਅਸੀਂ ਤੇ ਕਈ ਵਾਰੀ ਲੋਕਾਂ ਦਾ ਕੁਝ ਵਿਗਾੜਦੇ, ਲੋਕ ਸਾਨੂੰ ਕਿੱਦਾਂ ਚੰਗਾ ਕਹਿੰਦੇ। ਬਾਬੇ ਨਾਨਕ ਨੇ ਵਿਗਾੜਿਆ ਕੁਝ ਨਹੀਂ, ਸਭਨਾਂ ਦਾ ਸਵਾਰ ਕੇ ਗਏ ਆ, ਪਰ ਦੁਨੀਆ ਦੇ ਲੋਕ ਤੇ ਉਹਨੂੰ ਵੀ ਪੁਰਾਈਆ ਕਹਿੰਦੇ ਤੇ ਭੂਤਨਾ ਸੀ ਇਹ ਤੇ ਬੇਤਾਲਾ ਹੈ। ਪਰ ਸੱਚ ਕਰਕੇ ਜਾਣੇ, ਅਸੀਂ ਦੁਨੀਆ ਦੇ ਲੋਕਾਂ ਨੂੰ ਖੁਸ਼ ਕਰਦੇ ਫਿਰਦੇ, ਲੋਕ ਖੁਸ਼ ਨਹੀਂ ਹੁੰਦੇ। ਇੰਨਾ ਜ਼ੋਰ ਕਿਤੇ ਰੱਬ ਨੂੰ ਖੁਸ਼ ਕਰਨ ਤੇ ਲਾ, ਥੋੜੀਆਂ ਗੱਲਾਂ ਦੇ ਵਿੱਚ ਹੀ ਤੇਰਾ ਰੱਬ ਖੁਸ਼ ਹੋ ਜਾਵੇ। ਜਿੰਨੇ ਤੂੰ ਇੱਧਰ ਉੱਧਰ ਦੇ ਪੋਚੇ ਦੁਨੀਆ ਤੇ ਮਾਰਦਾ ਹੈ, ਮਨ ਸੱਚਾ ਕਰਕੇ ਰੱਬ ਦੀ ਸਿਫਤ ਸਲਾਹ ਦੇ ਨਾਲ ਜੁੜ, ਰੱਬ ਖੁਸ਼ ਹੋ ਜਾਵੇਗਾ, ਗੁਰੂ ਖੁਸ਼ ਹੋ ਜਾਵੇਗਾ, ਭਰੋਸਾ ਬਣ ਜਾਵੇਗਾ, ਤੇਰਾ ਵਿਸ਼ਵਾਸ ਵੱਧ ਜਾਵੇਗਾ। ਜਿੰਨਾ ਤੇਰਾ ਟੁੱਟਾ ਹੋਇਆ ਨਾ ਵਿਸ਼ਵਾਸ, ਤੇਰਾ ਵਿਸ਼ਵਾਸ ਵੱਧ ਜਾਵੇਗਾ, ਕਿਤੇ ਭਰੋਸੇ ਨਾਲ ਬਾਣੀ। ਸਾਹਿਬ ਜੀ ਕਹਿਣ ਲੱਗੇ, ਨਾਏ ਮੰਨਿਆ ਪਤ ਉਪਜੈ ਸਾ ਲਾਹੀ ਸੱਚ ਸੂਤ। ਅਸਲ ਦੇ ਵਿੱਚ ਰੱਬ ਦੀ ਸਿਫਤ ਸਲਾਹ ਹੀ ਸੱਚਾ ਸੂਤ ਹੈ। ਇਹ ਆਪਣੇ ਸਰੀਰ ਤੇ ਧਾਰਨ ਕਰਨਾ ਚਾਹੀਦਾ ਹੈ। ਦਰਗਹਿ ਅੰਦਰ ਪਾਈਐ ਤੱਕ ਨਾ ਟੂਟਸ ਪੂਤ। ਪਾਤਸ਼ਾਹ ਜੀ ਕਹਿਣ ਲੱਗੇ, ਇਹ ਅਸਲ ਦੇ ਵਿੱਚ ਪਵਿੱਤਰ ਧਾਗਾ ਹੈ ਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਪਹੁੰਚਾ ਦਿੰਦਾ ਹੈ। ਰੱਬ ਦੇ ਦਰਬਾਰ ਤੱਕ ਪਹੁੰਚ ਸਕਦੇ ਆ। ਦਰਗਾਹ ਅੰਦਰ ਆਈਏ ਤੱਕ ਨਾ ਟੂਟ ਸਪੂਤ। ਸਾਹਿਬ ਜੀ ਕਹਿਣ ਲੱਗੇ, ਸੱਚ ਕਰਕੇ ਜਾਣੀ, ਇੱਕ ਵਾਰੀ ਪਾ ਲਿਆ ਕਿ ਟੁੱਟੇਗਾ, ਉਹ ਤੇ ਆਪਣੇ ਆਪ ਟੁੱਟਦਾ ਹੀ ਨਾ। ਇੱਥੇ ਚਰਖੜੀਆਂ ਦੇ ਵਿੱਚ ਵੀ ਨਹੀਂ ਜੇ ਟੁੱਟਿਆ, ਇੱਥੇ ਆਰਿਆਂ ਦੇ ਵਿੱਚ ਵੀ ਬੈਠੇ ਉਹ ਵੀ ਨਹੀਂ ਜੇ ਟੁੱਟਿਆ। ਇੱਥੇ ਸਾਧ ਸੰਗਤ ਉਬਲ ਦੀਆਂ ਦੇਗਾਂ ਦੇ ਵਿੱਚ ਉਬਾਲ ਦਿੱਤਾ ਗਿਆ ਤੇ ਉਹ ਵੀ ਨਹੀਂ ਜੇ ਟੁੱਟਿਆ। ਇੱਥੇ ਗਰਮ ਰੇਤਾ ਗਰਮ ਤਵੀ ਕਰਕੇ ਉੱਤੇ ਬਿਠਾ ਦਿੱਤਾ ਗਿਆ। ਆ ਦੁਨੀਆ ਦੇ ਲੋਕਾਂ ਨੇ ਉਸ ਸੂਤ ਨੂੰ ਸਾੜਨ ਦਾ ਯਤਨ ਕੀਤਾ, ਪਰ ਉਹ ਸੜਿਆ ਨਹੀਂ ਸੜਿਆ। ਇੱਥੇ ਤੇ ਦੁਨੀਆ ਦੇ ਲੋਕਾਂ ਨੇ ਖਿੱਚ ਕੇ ਉਹਨੂੰ ਲਾਉਣ ਦਾ ਯਤਨ ਕੀਤਾ, ਪਰ ਉਹ ਤਾਕਤ ਜਿਹੜਾ ਲੱਥਾ ਨਹੀਂ। ਭਾਈ ਲਛਮਣ ਸਿੰਘ ਧਾਰੋਵਾਲੀ ਜਿਹਨਾਂ ਦੀ ਪੁੱਠੀ ਖਲ ਲਾ ਦਿੱਤੀ, ਉਹ ਗੁਰੂ ਪਾਤਸ਼ਾਹ ਮਹਾਰਾਜ ਦਾ ਸੱਚਾ ਸ਼ਰਧਾਲੂ ਹੋਣ ਦੇ ਨਾਤੇ ਆਖਦਾ ਸੀ, ਮੇਰੀ ਸਿੱਖੀ ਕੇਸਾ ਸਵਾਸਾ ਨਾ ਨਿਭ ਜਾਏ। ਇੱਥੇ ਤੇ ਸਾਧ ਸੰਗਤ ਖੋਪਰੀਆਂ ਰਹਿ ਗਈਆਂ। ਜਨੇਊ ਵਾਸਤੇ ਆ ਸੀ ਉਹਨਾਂ ਦੇ ਪੱਲੇ ਜਨੇਊ ਸੱਚ ਦਾ, ਉਹ ਰੱਬ ਦੇ ਦਰਬਾਰ ਵਿੱਚ ਪਹੁੰਚੇ ਹੋਏ ਸੀ। ਤੇ ਸੱਚੇ ਪਾਤਸ਼ਾਹ ਮਹਾਰਾਜ ਤੇ ਇੰਨਾ ਭਰੋਸਾ ਆਂਦਾ ਸੀ, ਤੈਨੂੰ ਤੇ ਜੁੱਤੀ ਦਾ ਅੱਗੇ ਆ ਲਾ ਕੇ ਲਿਜਾ ਸਕਦਾ, ਪਰ ਮੇਰੇ ਕੇਸ ਨਹੀਂ ਤੇ ਜੁੱਤੀ ਨਾ ਲਾ ਸਕਦਾ। ਭਰੋਸਾ ਹੀ ਸੀ ਨਾ। ਇਹ ਵਿਸ਼ਵਾਸ ਦੀ ਗੱਲ ਹੁੰਦੀ ਹੈ। ਮੈਂ ਇੱਕ ਤੁਹਾਡੇ ਨਾਲ ਬੇਨਤੀ ਕਰਕੇ ਜਾਵਾਂ ਤੁਹਾਡੇ ਸਾਹਮਣੇ, ਜੇ ਤੁਹਾਨੂੰ ਰੱਬ ਤੇ ਭਰੋਸਾ ਹੋਵੇਗਾ ਨਾ, ਸੱਚ ਕਰਕੇ ਜਾਣੇਗਾ। ਜਿਹੜਾ ਵਚਨ ਤੁਸੀਂ ਕਹਿ ਦਿਓ ਕਿ ਰੱਬ ਪੂਰਾ ਕਰੇਗਾ, ਗੁਰੂ ਪੂਰਾ ਕਰੇਗਾ, ਪਰ ਸਭ ਤੋਂ ਪਹਿਲਾਂ ਰੱਬ ਤੇ ਭਰੋਸਾ ਲਿਆਉਣਾ, ਸਭ ਤੋਂ ਪਹਿਲਾਂ ਰੱਬ ਤੇ ਵਿਸ਼ਵਾਸ ਲਿਆਉਣਾ। ਭਾਈ ਤਾਰੂ ਸਿੰਘ ਨੂੰ ਪਤਾ ਸੀ, ਮੈਂ ਨਹੀਂ ਕਹਿ ਰਿਹਾ ਕਿ ਮੇਰਾ ਗੁਰੂ ਆ, ਇਹ ਮੇਰੇ ਕੇਸ ਮੇਰੇ ਨਹੀਂ ਹੈ, ਇਹ ਮੇਰੇ ਗੁਰੂ ਦੀ ਮੋਹਰ ਹੈ, ਔਰ ਇਹ ਮੇਰੇ ਗੁਰੂ ਦੀ ਹੈ। ਇਹ ਦਾਤ ਮੇਰੀ ਨਹੀਂ, ਇਹ ਮੇਰੇ ਗੁਰੂ ਦੀ ਦਾਤ ਹੈ। ਇਹਦੇ ਅੰਦਰ ਗੁਰੂ ਨੇ ਆਪਣਾ ਅੰਮ੍ਰਿਤ ਵਰਸਾਇਆ। ਇਹ ਆਖਦਾ ਕਿ ਅੰਮ੍ਰਿਤ ਆਪਣੀ ਜੁੱਤੀ ਦੇ ਨਾਲ। ਤੇ ਭਾਈ ਤਾਰੂ ਸਿੰਘ ਨੇ ਆਖਿਆ ਸੀ, ਤੂੰ ਤਾਂ ਨਹੀਂ ਇਹ ਕੰਮ ਕਰ ਸਕਦਾ, ਪਰ ਸੱਚ ਜਾਣੀ ਅੱਜ ਖਾਲਸਾ ਤੈਨੂੰ ਆਖਦਾ ਆਪਣੀ ਜੁੱਤੀ ਅੱਗੇ ਲਾ ਕੇ ਜਾ। ਖੋਪਰੀ ਲੈ ਗਈ, ਪਰ ਉਹ ਗੁਰੂ ਦਾ ਸਿੱਖ ਸੀ, ਸੱਚਾ ਸੀ, ਸ਼ਰਧਾਲੂ ਸੀ, ਭਰੋਸੇ ਵਾਲਾ ਸੀ। 22 ਦਿਨ ਜਿਉਂਦਾ ਰਹਿ ਗਿਆ।
ਇੱਕੋ ਇੱਕ ਮਕਸਦ ਸੀ, ਉਹ ਪੂਰਾ ਕਰਨ ਵਾਸਤੇ ਇਹ ਪਾਪੀ ਨੂੰ ਜਹਾਨ ਚੋਂ ਲੈ ਕੇ ਜਾਣਾ। ਬੋਲੇ ਸੋਨਿਆ ਸ੍ਰੀ ਅਕਾਲ। ਭਾਈ ਤਾਰੂ ਸਿੰਘ ਨੂੰ ਜਦੋਂ ਪਤਾ ਲੱਗਦਾ ਨਾ ਕਿ ਪਾਪੀ ਜੋੜੇ ਖਾ ਕੇ ਜੁੱਤੀਆਂ ਖਾ ਕੇ ਨਰਕਾਂ ਨੂੰ ਸੁਧਾਰ ਗਿਆ, ਫਿਰ ਉਹ ਗੁਰੂ ਦੇ ਸਪੂਤ ਨੇ ਅਰਦਾਸ ਕੀਤੀ ਸੀ ਤੇ ਕਲਗੀਆਂ ਵਾਲੇ ਦੀ ਗੋਦੀ ਜਾ ਕੇ ਬਹਿ ਗਿਆ ਸੀ। ਫਿਰ ਬੈਠਾ ਸੀ। ਅਸਲ 'ਚ ਆ ਜਿਹਦੇ ਨਹੀਂ ਨਾ ਇਹਨੂੰ ਚਰਕੜੀਆਂ ਲਾ ਸਕਦੀਆਂ, ਨਾ ਇਹਨੂੰ ਉਬਲ ਦੀ ਦੇਗ ਹੀ ਉਬਾਲ ਸਕਦੀ ਹੈ, ਨਾ ਸਾਸਨ ਤੇ ਇਹਨੂੰ ਤਵੀ ਸਾੜ ਸਕਦੀ ਹੈ, ਨਾ ਇਹਨੂੰ ਤਲਵਾਰ ਹੀ ਖੋਹ ਸਕਦੀ ਹੈ, ਨਾ ਇਹਨੂੰ ਨੀਆਂ ਜਿਹੜੀਆਂ ਕੋਈ ਖਤਮ ਕਰ ਸਕਦੇ। ਇਹ ਸਦਾ ਵਾਸਤੇ ਅਮਰ ਹੋ ਜਾਂਦਾ। ਆ ਸੀ ਅਸਲ ਦੇ ਵਿੱਚ ਜਨੇਊ। ਇਹਦੀ ਬਹੁਤ ਵੱਡੀ ਵਿਆਖਿਆ ਸਿੱਖ ਇਤਿਹਾਸ ਦੇ ਅੰਦਰ, ਗੁਰ ਇਤਿਹਾਸ ਦੇ ਅੰਦਰ ਬੜੀ ਵੱਡੀ ਇਹਦੀ ਵਿਆਖਿਆ। ਪਰ ਗੱਲ ਹੈ ਕਿ ਕਿਤੇ ਸਾਡੇ ਸਮਝ ਵਿੱਚ ਆ ਜਾਏ। ਗੁਰੂ ਰਹਿਮਤ ਕਰੇ, ਕਿਰਪਾ ਕਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜਨੇਊ ਦੇ ਸੰਬੰਧੀ ਇਹ ਬਚਨ ਲਾਗੇ ਜਿਹੜੇ ਲੋਕ ਬ੍ਰਾਹਮਣ ਹੈ ਜਾਂ ਹੋਰ ਸਾਖ ਸੰਬੰਧੀ ਪਹੁੰਚੇ ਹੈ, ਉਹਨਾਂ ਨੂੰ ਆਖਿਆ ਕਿ ਭਾਈ ਇਹੋ ਜਿਹੇ ਕਰਮਾਂ ਵਿੱਚ ਫਾਇਦਾ ਕੋਈ ਨਹੀਂ, ਰੱਬ ਦੀ ਬਾਣੀ ਦੇ ਨਾਲ ਜੁੜੋ। ਇਹੀ ਅਸਲ ਦੇ ਵਿੱਚ ਸਾਡੀ ਸੱਚੀ ਗੁਰੂ ਪਾਤਸ਼ਾਹ ਮਹਾਰਾਜ ਔਰ ਅਕਾਲ ਪੁਰਖ ਦੇ ਪ੍ਰਤੀ ਭਾਵਨਾ ਹੋ ਸਕਦੀ ਹੈ, ਸ਼ਰਧਾ ਹੋ ਸਕਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਬੇਅੰਤ ਭੁੱਲਾ ਚੁੱਕਾ ਦੁਖੀ ਮਾਂ ਜੀ। ਵਾਹਿਗੁਰੂ ਜੀ ਵਾਹਿਗੁਰੂ, 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 ਵਾਹਿਗੁਰੂ ਜੀ ਵਾਹਿਗੁਰੂ,
ਫਤਿਹ।